ਵਾਇਸ ਆਫ ਇੰਡੀਆ ਦੇ ਵਿਨੀਪੈਗ ਸਟੂਡੀਓ ਵਿੱਚ ਸ਼ਾਮ ਦੇ 7 ਵੱਜ ਚੁੱਕੇ ਤੇ ਇਹ ਵੇਲਾ ਹੁੰਦਾ ਜੀ ਨਿਊਜ਼ ਐਂਡ ਵਿਊਜ਼ ਵਿਦ ਡਾਕਟਰ ਸੁਰਜੀਤ ਭੱਟੀ ਪ੍ਰੋਗਰਾਮ ਦਾ। ਭੱਟੀ ਸਾਹਿਬ ਫੋਨ ਲਾਈਨ ਤੇ ਹਾਜ਼ਰ ਹੋ ਚੁੱਕੇ ਆ ਜੀ। ਅੱਜ ਅਸੀਂ ਕੱਲ ਵਾਂਗ ਹੀ ਜਾਂ ਆਮ ਵਾਂਗ ਹੀ ਦੇਸ਼ ਵਿਦੇਸ਼ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਦੇ ਉੱਤੇ ਚਰਚਾ ਕਰਾਂਗੇ ਔਰ ਭੱਟੀ ਸਾਹਿਬ ਦੇ ਕੋਲੋਂ ਉਹਨਾਂ ਦੇ ਵਿਚਾਰ ਵੀ ਲਵਾਂਗੇ, ਟਿੱਪਣੀਆਂ ਲਵਾਂਗੇ, ਖਬਰਾਂ ਦਾ ਪੋਸਟਮਾਰਟਮ ਕਰਾਂਗੇ। ਆਓ ਭੱਟੀ ਸਾਹਿਬ ਦਾ ਸਵਾਗਤ ਕਰਦੇ ਹਾਂ। ਭੱਟੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ ਇੰਟਰਨੈਸ਼ਨਲ ਖਬਰ ਤੋਂ ਸ਼ੁਰੂ ਕਰਦੇ ਹਾਂ ਜੀ। G7 ਦੀ ਜਿਹੜੀ ਆ ਉਹ ਮੀਟਿੰਗ ਹੋਈ ਆ ਤੇ ਕੋਵਿਡ ਦੇ ਉੱਤੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਕੀ ਉਹਨਾਂ ਦੀ ਚਿੰਤਾ ਜੀ? ਵਿਸਥਾਰ ਸਹਿਤ ਤੁਹਾਡੀ ਟਿੱਪਣੀ ਦੀ ਲੋੜ ਹੈ। ਜੀ ਦੇਖੋ G7 ਦੇ ਵਿੱਚ ਜਿਹੜੀ ਮਤਲਬ ਚੱਲ ਰਿਹਾ ਸੈਸ਼ਨ ਸ਼ੁਰੂ ਹੋਣ ਵਾਲਾ। ਹਾਂਜੀ। ਔਰ ਉੱਥੇ ਸਾਰੇ ਦੇਸ਼ਾਂ ਦੇ ਮੇਨ ਜਿਹੜੇ ਦੇਸ਼ ਆ ਉਹਨਾਂ ਦੇ ਸਾਰੇ ਆਗੂ ਪਹੁੰਚ ਚੁੱਕੇ। ਹਾਂਜੀ। ਜੋ ਬਾਈਡਨ ਪਹੁੰਚ ਚੁੱਕਾ USA ਤੋਂ, ਕੈਨੇਡਾ ਤੋਂ ਟਰੂਡੋ ਪਹੁੰਚ ਚੁੱਕਾ। ਠੀਕ ਹੈ ਜੀ। ਔਰ ਬਾਕੀ ਵੀ ਸਾਰੇ ਜਿਹੜੇ ਹੈਗੇ ਉਹ ਆ ਰਹੇ ਆ ਤੇ ਮੋਦੀ ਵੀ ਵਰਚੁਅਲ ਹਿੱਸਾ ਲੈ ਰਿਹਾ ਮੀਟਿੰਗ 'ਚ। ਅੱਛਾ ਜੀ। ਇਹ ਪਤਾ ਲੱਗਾ। ਠੀਕ ਹੈ ਜੀ। ਤੇ ਇਸ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਨਾ ਦੁਨੀਆ ਦੀ ਹਾਲਤ ਬਾਰੇ ਕਿ ਅੱਜ ਦੁਨੀਆ ਦੇ ਸਾਰੀ ਦੁਨੀਆ ਦੇ ਵਿੱਚ ਇਹ ਜਿਹੜਾ ਕਰੋਨਾ ਵਾਇਰਸ ਹੈ ਇਹਨੇ ਬਹੁਤ ਤਬਾਹੀ ਮਚਾਈ ਹੈ। ਠੀਕ ਹੈ ਜੀ। ਇੱਕ ਬੜੀ ਮਤਲਬ ਗੰਭੀਰ ਮਾਮਲਾ ਹੈਗਾ ਸਾਰਿਆਂ ਦੇ ਸਾਹਮਣੇ। ਦੂਸਰੀ ਗੱਲ ਕਿ ਇਸ ਵੇਲੇ ਜਿਹੜੀ ਵੈਕਸੀਨ ਦਾ ਮਾਮਲਾ ਹੈ, ਜਿਵੇਂ ਅਮਰੀਕਾ, ਇੰਗਲੈਂਡ, ਕੈਨੇਡਾ, ਇਹਨਾਂ ਨੇ ਪਹਿਲਾਂ ਹੀ ਆਰਡਰ ਜ਼ਿਆਦਾ ਦਿੱਤੇ ਹੋਏ ਸੀ। ਹਾਂਜੀ। ਔਰ ਇਹਨਾਂ ਕੋਲ ਵੈਕਸੀਨ ਹੈ ਵੀ। ਤੇ ਹੁਣ ਇਹ ਫੈਸਲਾ ਹੋ ਗਿਆ ਕਿ ਉਹਨਾਂ ਰਾਹ ਵੀ ਕੀਤਾ, ਜੋ ਬਾਈਡਨ ਨੇ ਵੀ ਕੀਤਾ ਕਿ ਅਸੀਂ ਮਤਲਬ ਸਾਰੀ ਜਿਹੜੇ ਦੁਨੀਆ ਦੇ ਗਰੀਬ ਦੇਸ਼ ਹੈ ਜਿਹੜੇ ਕਿ ਵੈਕਸੀਨ ਖਰੀਦ ਨਹੀਂ ਸਕਦੇ, ਉਹਨਾਂ ਨੂੰ ਵੈਕਸੀਨ ਜਿਹੜੀ ਉਹ ਮੁਹੱਈਆ ਕਰਾਂਗੇ। ਠੀਕ ਹੈ ਜੀ। ਠੀਕ ਹੈ ਜੀ। ਔਰ ਉਹਦੇ ਚ ਉਹਨਾਂ ਨੇ ਪਹਿਲਾਂ ਤਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ 100 ਕਰੋੜ ਟੀਕਾ ਸੀ ਜਿਹੜਾ ਵੰਡਾਂਗੇ ਉਹਦਾ ਠੀਕ ਹੈ। ਹੋਰ ਵੀ ਜਿਹੜੀ ਸਹਾਇਤਾ ਹੈ ਉਹ ਕਰਾਂਗੇ। ਠੀਕ ਹੈ। USA ਨੇ 400 ਕਰੋੜ ਦੀ ਗੱਲ ਕੀਤੀ ਹੈ। ਹਾਂਜੀ। ਔਰ ਇਹ ਇਸ ਵੇਲੇ ਇੱਕ ਹੋਰ ਵੀ ਸਾਹਮਣੇ ਆਈ ਕਿ 39 ਲੱਖ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਸਾਰੀ ਦੁਨੀਆ 'ਚ। ਔਰ ਇਹ ਬੜੀ ਗੰਭੀਰ ਗੱਲ ਹੈ। ਹਾਂਜੀ ਹਾਂਜੀ। ਇਹ ਜਿਸ ਵੇਲੇ ਉਹਨਾਂ ਨੇ ਐਲਾਨ ਕੀਤੇ ਆ ਤੇ ਜਿਹੜਾ WHO ਆ ਉਹਦਾ ਇਹ ਕਹਿਣਾ ਸੀ ਕਿ ਜਿੰਨੇ ਤੁਸੀਂ ਮਤਲਬ ਦੱਸ ਰਹੇ ਆ ਇਹ ਤਾਂ ਸਮੁੰਦਰ ਦੇ ਵਿੱਚ ਜਿਹੜਾ ਇੱਕ ਬੂੰਦ ਆ ਉਹਦੇ ਸਮਾਨ। ਕਿਉਂਕਿ WHO ਨੇ ਕਿਹਾ ਕਿ 200 ਕਰੋੜ ਤੇ ਸਾਨੂੰ ਇਮੀਡੀਏਟਲੀ ਇੱਥੇ ਕੁਝ ਮਹੀਨਿਆਂ 'ਚ ਚਾਹੀਦੀ ਹੈ। ਠੀਕ ਹੈ ਜੀ। ਤੇ 1100 ਕਰੋੜ ਜਿਹੜਾ ਟੀਕਾ ਉਹਦੀ ਨੈਕਸਟ ਮਤਲਬ ਲੋੜ ਪਊਗੀ। ਠੀਕ ਹੈ ਜੀ। ਇਹਦੇ ਉੱਤੇ ਕਾਫੀ ਜ਼ਿਆਦਾ ਚਰਚਾ ਹੋਈ ਹੈ ਔਰ ਇਹ ਵੀ ਮਤਲਬ ਜਿਹੜੀ ਆ ਬੜੀ ਸਪਸ਼ਟ ਕਹਿਣ ਵਾਲੀ ਆ ਕਿ ਉਹ ਆਪੋ ਆਪਣੇ ਦੇਸ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਹੀ ਮਦਦ ਕਰਨਗੇ। ਹਾਂਜੀ ਹਾਂਜੀ। ਕਿਉਂਕਿ ਇਹ ਨਹੀਂ ਹੋ ਸਕਦਾ ਕਿ ਉਹ ਆਪਣੇ ਦੇਸ਼ ਦੇ ਜਿਹੜੇ ਲੋਕ ਆ ਉਹ ਦੂਜੇ ਨੰਬਰ ਤੇ ਛੱਡ ਕੇ ਤੇ ਵੈਕਸੀਨ ਇਸ ਢੰਗ ਨਾਲ ਕਰ। ਪਰ ਇਹ ਵੀ ਮੈਂ ਸਮਝਦਾ ਕਿ ਉਹਨਾਂ ਦੀ ਮਤਲਬ ਬਹੁਤ ਚੰਗੀ ਗੱਲ ਹੈ। ਜੇ ਨਾ ਵੀ ਕਹਿੰਦੇ ਤਾਂ ਫਿਰ ਕੀ ਕਰ ਲੈਣਾ ਸੀ ਕਿਸੇ ਨੇ। ਔਰ ਗਰੀਬ ਦੇਸ਼ ਜਿਹੜੇ ਹੈਗੇ ਉਹਨਾਂ ਦੀ ਵਾਕਈ ਹਾਲਤ ਵੀ ਬਹੁਤ ਮਾੜੀ ਹੈ। ਇਹ ਸਵਾਲ ਤਾਂ ਬੜਾ ਲੰਬਾ ਔਰ ਵੱਖਰਾ ਹੈ ਕਿ ਗਰੀਬ ਕੀਤੇ ਕਿਹਨੇ ਆ। ਪਰ ਇਸ ਵੇਲੇ ਇਹ ਚੀਜ਼ ਜਿਹੜੀ ਹੈਗੀ ਆ ਇਹ ਕਾਫੀ ਚਰਚਾ ਦਾ ਵਿਸ਼ਾ ਬਣੀ। ਠੀਕ ਹੈ ਜੀ। ਹਾਂਜੀ ਹਾਂਜੀ। ਦੂਸਰਾ ਇੱਕ ਸਵਾਲ ਬੜਾ ਮਤਲਬ ਇੰਪੋਰਟੈਂਟ ਹੈ ਜਿਸ ਤੇ ਬੜੀ ਚਰਚਾ ਵੀ ਹੋਈ ਹੈ ਵਰਲਡ ਲੈਵਲ ਦੇ ਉੱਤੇ। ਖਾਸ ਕਰਕੇ ਚੀਨ ਨੇ ਬਹੁਤ ਵੱਡਾ ਵਿਰੋਧ ਕੀਤਾ। ਜਿਹੜੀ ਕੁਆਡ ਦੇਸ਼ਾਂ ਦੀ ਮੀਟਿੰਗ ਹੈ ਨਾ, ਕੁਆਡ ਦੇਸ਼ਾਂ ਦਾ ਸਮੂਹ ਬਣਿਆ ਹੈ 4 ਦੇਸ਼ਾਂ ਦਾ, ਜਿਹਦੇ ਵਿੱਚ ਆਪਣੇ ਜਾਪਾਨ ਹੈ, ਜਿਹਦੇ ਵਿੱਚ ਮਤਲਬ ਭਾਰਤ ਵੀ ਸ਼ਾਮਲ ਹੈ, ਆਸਟ੍ਰੇਲੀਆ ਸ਼ਾਮਲ ਹੈ ਔਰ ਉਹ ਇੱਕ ਦੇਸ਼ ਹੈ। ਮਤਲਬ 4 ਦੇਸ਼ ਕੋਲ ਸ਼ਾਮਲ ਹੈ ਪਰ ਇਹਦੇ ਵਿੱਚ ਆਸਟ੍ਰੇਲੀਆ ਜਿਹੜਾ ਨਾ ਉਹ ਜਵਾਬ ਦੇ ਗਿਆ ਸੀ ਪਿਛਲੇ ਸਮੇਂ ਦੇ ਵਿੱਚ। ਅੱਛਾ ਜੀ। ਕਿਉਂਕਿ ਜਦੋਂ ਇਹ ਕੁਆਡ ਇਕੱਠੇ ਹੋਇਆ ਇਹ ਅਸਲ 'ਚ ਕੀ ਹੈ ਕਿ ਦੱਖਣੀ ਏਸ਼ੀਆ ਦਾ ਜਿਹੜਾ ਸਮੁੰਦਰ ਹੈ ਉਹਦੇ ਉੱਤੇ ਆਪਣੀਆਂ ਸੈਨਿਕ ਗੜੀਆਂ ਜਿਹੜੀਆਂ ਉਹਨਾਂ ਨੂੰ ਤੇਜ਼ ਕਰਨ ਲਈ ਇੱਕ ਸਮੂਹ ਬਣਿਆ ਸੀ। ਠੀਕ ਹੈ ਜੀ। ਇਸ ਵੇਲੇ ਭਾਰਤ ਦੀ ਵੀ ਕੰਟਰੈਕਸ਼ਨ ਚੱਲ ਰਹੀ ਸੀ ਜੋ
ਪ੍ਰੋਗਰਾਮ ਦੇ ਮਾਮਲੇ ਦੇ ਵਿੱਚ ਉਸ ਵੇਲੇ ਮਤਲਬ ਇਹ ਸਾਰਾ ਕੁਝ ਹੋਇਆ ਸੀ। ਠੀਕ ਹੈ ਜੀ। ਔਰ ਉਹਦੇ ਵਿੱਚੋਂ ਆਸਟ੍ਰੇਲੀਆ ਜਿਹੜਾ ਹੈਗਾ ਕੁਝ ਸਮੇਂ ਦੇ ਪਾਸੇ ਹੋ ਗਿਆ ਸੀ, ਉਹਨੂੰ ਇਹਨਾਂ ਦੀ ਪਾਲਿਸੀ ਠੀਕ ਨਹੀਂ ਲੱਗ ਰਹੀ ਸੀ ਤੇ ਇਹਦੇ ਤੇ ਚੀਨ ਨੇ ਬੜਾ ਵੱਡਾ ਇਤਰਾਜ਼ ਕੀਤਾ। ਚੀਨ ਕੇ ਕਰਕੇ ਇਹ ਸਾਰੇ ਰਲ ਕੇ ਮਤਲਬ ਮੇਰੀ ਅਮਰੀਕਾ ਹੈ, ਜਾਪਾਨ ਹੈ ਜਾਂ ਇੰਗਲੈਂਡ ਹੈ ਔਰ ਆਸਟ੍ਰੇਲੀਆ ਹੋਰ ਨਾਲ ਹੈ, ਇਹ ਸਾਰੇ ਰਲ ਕੇ ਮੈਨੂੰ ਘੇਰਾਬੰਦੀ ਕਰਨੀ ਚਾਹੁੰਦੇ ਨੇ, ਜਿਹੜੀ ਕਿ ਬੜੀ ਵੱਧ ਜਾਣਕਾਰੀ ਹੈ ਇਹਨਾਂ ਦੀ। ਔਰ ਉਹਦੇ ਉੱਤੇ ਉਸਨੇ ਅਖਬਾਰਾਂ ਨੇ ਕਾਫੀ ਲਿਖਿਆ। ਬੰਗਲਾਦੇਸ਼ ਦੇ ਚੀਨ ਦੇ ਰਾਜਦੂਤ ਨੇ ਚੇਤਾਵਨੀ ਵੀ ਦਿੱਤੀ। ਉਹਨਾਂ ਨੇ ਬੰਗਲਾਦੇਸ਼ ਨੂੰ ਕਿਹਾ ਕਿ ਜੇ ਤੁਸੀਂ ਭਾਰਤ ਦੇ ਨਾਲ ਸ਼ਾਮਲ ਹੁੰਦੇ ਆ ਕਿ ਬੰਗਲਾਦੇਸ਼ ਤੇ ਦਬਾਅ ਪਾਇਆ ਜਾ ਰਿਹਾ, ਗਰੀਬ ਦੇਸ਼ ਹੈ, ਮਰ ਜਾਣਾ ਔਰ ਉਹ ਭਾਰਤ ਦੇ ਵਿੱਚ ਸ਼ਾਮਲ ਹੋਣ ਦੀ ਅਜੇ ਤੱਕ ਉਹ ਹਾਂ ਨਹੀਂ ਕਰ ਰਿਹਾ ਤੇ ਉਹਨੂੰ ਇਹ ਦਿਸਦਾ ਕਿ ਬਹੁਤ ਵੱਡੀ ਪੱਧਰ ਦੇ ਉੱਤੇ ਚੀਨ ਦੀ ਸਪੋਰਟ ਹੈ ਬੰਗਲਾਦੇਸ਼। ਠੀਕ ਹੈ ਜੀ। ਔਰ ਇੱਥੋਂ ਤੱਕ ਕਿ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਰੂਰੀ ਚਾਹੀਦੀਆਂ ਬੰਗਲਾਦੇਸ਼ ਨੂੰ, ਚੀਨ ਜਿਹੜਾ ਉਹ ਸਸਤੇ ਭਾਅ ਤੇ ਵੀ ਭੇਜਦਾ ਤੇ ਚੀਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਤੂੰ ਉਹਨਾਂ ਨਾਲ ਜਾਣਾ ਤੇ ਸਾਰਾ ਕੁਝ ਬੰਦ ਹੋ ਜਾਣਾ। ਤੇ ਅਸਲ ਦੇ ਵਿੱਚ ਤੇ ਜਿਹੜੀ ਵਾਰ ਸਟ੍ਰੈਟਜੀ ਹੈ ਨਾ ਉਹਦਾ ਇਹ ਕੇਸ ਹੈ, ਕਿਉਂਕਿ ਜਦੋਂ ਜੋ ਬਾਈਡਨ ਬਣਿਆ ਜਿੱਤਿਆ, ਇਹਦੀ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਭਾਰਤ ਦੀ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਇਹਨਾਂ ਯੋਜਨਾਬੰਦੀ ਕੀਤੀ ਤੇ ਹੁਣ ਫੇਰ ਇਹ ਸਰਗਰਮੀ ਜਿਹੜੀ ਆ ਇਹ ਕਿੰਨੀ ਕਰਨੀ ਹੈ, ਕਿਸ ਢੰਗ ਦੇ ਨਾਲ ਹੋਣਾ ਚਾਹੀਦਾ, ਇਹ G7 ਦੇ ਵਿੱਚ ਡਿਸਕਸ਼ਨ ਚ ਹੋਣਾ ਸਾਰਾ ਕੁਝ। ਠੀਕ ਹੈ ਜੀ। ਔਰ ਇਹ ਤਨਾਜ਼ ਜਿਹੜਾ ਹੈਗਾ ਆ ਆਪਣੇ ਇਸ ਖਿੱਤੇ ਦੇ ਵਿੱਚ ਜਿਸ ਭਾਰਤ ਵੀ ਸ਼ਾਮਲ ਹੈ, ਬੰਗਲਾਦੇਸ਼ ਹੈ, ਸ਼੍ਰੀਲੰਕਾ ਹੈ ਜਾਂ ਹੋਰ ਦੇਸ਼ ਹੈ, ਜਾਪਾਨ ਦੇ ਨਾਲ ਸਾਰਾ ਜਿੰਨਾ ਵੀ ਏਰੀਆ ਲੱਗਦਾ, ਕੋਰੀਆ, ਇਹ ਸਾਰੇ ਪ੍ਰਭਾਵਿਤ ਹੋਣ ਵਾਲੀ ਗੱਲ ਹੈ। ਠੀਕ ਹੈ। ਚੀਨ ਦਾ ਇਹ ਦਾਅਵਾ ਹੈ ਕਿ ਸਾਡੇ ਨਾਲ ਬਿਨਾਂ ਕਾਰਨ ਤੋਂ ਬਿਨਾਂ ਕਿਸੇ ਮਤਲਬ ਕਸ਼ਮਕਸ਼ ਤੋਂ ਜਾਣ ਬੁੱਝ ਕੇ ਆਪਣੀ ਇਹੋ ਜਿਹੀ ਵਾਰ ਸਟ੍ਰੈਟਜੀ ਬਣਾ ਰਹੇ ਆ ਕਿ ਸਾਨੂੰ ਘੇਰਾ ਪਾਇਆ ਜਾਵੇ। ਘੇਰਾ ਪਾ ਕੇ ਸਾਡਾ ਵਪਾਰ, ਸਾਡਾ ਸਾਰਾ ਕੁਝ ਜਿਹੜਾ ਹੈਗਾ ਉਹਦੇ ਤੇ ਇਹ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ। ਇਸੇ ਕਰਕੇ ਉਹਦੀ ਕੁਛ ਰਵੱਈਆ ਪਿਛਲੇ ਸਮੇਂ ਤੇ ਵੀ ਰਿਹਾ ਕਿ ਭਾਰਤ ਦੇ ਨਾਲ ਵੀ ਕੋਈ ਕੰਟਰਡਿਕਸ਼ਨ ਨਾ ਬਣੀ ਜਾਂ ਉਹ ਕੋਸ਼ਿਸ਼ਾਂ ਕਰਦੇ ਰਹੇ ਆ ਵਿੱਚ ਜਾਂ ਹੁਣ ਵੀ ਚੱਲ ਰਹੀ ਹੈ। ਤੇ ਇਹ ਗੁੱਟਬੰਦੀ ਜਿਹੜੀ ਪੇਸ਼ ਹੋ ਰਹੀ ਆ ਇਹ ਬੜੀ ਮਤਲਬ ਸਮੇਂ ਦੇ ਵਿੱਚ ਖਤਰਨਾਕ ਜੀ ਸਟ੍ਰੈਟਜੀ ਹੈ ਜਿਸ ਤੇ ਚੱਲ ਰਿਹਾ, ਜਿਹੜੀ ਹੋਣੀ ਨਹੀਂ ਚਾਹੀਦੀ। ਕਿਉਂਕਿ ਜਦੋਂ ਦੁਨੀਆ ਇੱਕ ਪਾਸੇ ਤਬਾਹ ਹੋ ਰਹੀ ਹੈ, ਇੱਕ ਪਾਸੇ ਲੋਕ ਮਾਰੇ ਜਾ ਰਹੇ ਆ, ਖੁਦ ਮੰਨ ਰਹੇ ਆ ਕਿ ਕਿੰਨੇ ਲੱਖਾਂ ਲੋਕ ਮਰ ਚੁੱਕੇ ਆ। ਸਾਰੇ ਕਿਸੇ ਦੇਸ਼ ਦੇ ਵਿੱਚ ਕੋਈ ਦੇਸ਼ ਹੈ ਵਿੱਚ ਅਮਰੀਕਾ ਵਿੱਚ, ਕੈਨੇਡਾ ਵਿੱਚ, ਇੰਗਲੈਂਡ ਕੇ ਕੋਈ ਇਸ ਵੱਡੇ ਸੰਕਟ ਤੋਂ ਬਚਿਆ। ਬਿਲਕੁਲ। ਇਹੋ ਜਿਹੇ ਸਮੇਂ ਦੇ ਵਿੱਚ ਤੁਸੀਂ ਜੇ ਆਪਸੀ ਏਦਾਂ ਦੀ ਗੱਲ ਕਿ ਜਿਹੜਾ ਬਿਲਕੁਲ ਕੋਈ ਉੱਥੇ ਕਨਫਰੰਟੇਸ਼ਨ ਨਹੀਂ, ਉੱਥੇ ਵੀ ਖੜੀ ਕਰਨ ਜਾ ਰਿਹਾ ਤੇ ਇਹਦਾ ਕੀ ਨਿਕਲਦਾ? ਇਹਦਾ ਨਿਕਲਦਾ ਕਿ ਇਹ ਭਾਰਤ ਸੰਕਟ ਦੇ ਵਿੱਚੋਂ ਹੀ ਕੋਈ ਹੋਰ ਫਾਇਦਾ ਉਠਾਉਣਾ ਚਾਹੁੰਦੇ। ਇਹ ਤੋਂ ਵੱਡੀ ਤਾਂ ਮੌਕਾ ਪ੍ਰਸਤੀ ਹੋ ਹੀ ਨਹੀਂ ਸਕਦੀ ਨਾ ਕੋਈ। ਹਾਂਜੀ ਹਾਂਜੀ ਹਾਂਜੀ। ਤੇ ਇਸ ਕਰਕੇ G7 ਦੇ ਵਿੱਚ ਹੁਣ ਬਾਹਰ ਕੀ ਨਿਕਲ ਕੇ ਆਉਣਾ ਹੈ ਪਤਾ ਲੱਗ ਜਾਊਗਾ ਤੇ ਭਾਰਤ ਦੀ ਸ਼ਮੂਲੀਅਤ ਜਿਹੜੀ ਹੈ ਇਹਦੇ ਵਿੱਚ ਕੀ ਕਰ ਰਿਹਾ ਹੈ। ਕਿਉਂਕਿ ਭਾਰਤ ਨੇ ਇੱਕ ਗੱਲ ਤੇ ਮਤਲਬ ਉਹ ਪਿਛਲੇ ਸਮੇਂ ਚ ਮੰਨੀ ਸੀ ਕਿ ਅਸੀਂ ਇੱਕ ਗੁੱਟ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਹੁਣ ਉਹ ਸ਼ਾਮਲ ਵੀ ਆ, ਉਹਨਾਂ ਦਾ ਬਕਾਇਦਾ ਵਿੱਚ ਹਿੱਸਾ ਵੀ ਹੈ। ਹਾਂਜੀ ਠੀਕ ਹੈ ਜੀ। ਇਹ ਪੋਜੀਸ਼ਨ ਚੱਲ ਰਹੀ ਹੈ G7। ਹਾਂਜੀ ਭੱਟੀ ਸਾਹਿਬ, ਰਾਜਨੀਤੀ ਦੀ ਗੱਲ ਕਰਦੇ ਤੇ ਸ਼ੁਰੂ ਕਰਦੇ ਹਾਂ ਜੀ ਬੰਗਾਲ ਤੋਂ। ਬੰਗਾਲ ਵਿੱਚ ਬੁੱਕਲ ਰਾਏ ਜਿਹੜੇ ਜੀ ਉਹ ਵਾਪਸ ਜਿਹੜੇ ਆ ਉਹ ਮਮਤਾ ਬੈਨਰਜੀ ਦੇ ਬੈਨਰ ਹੇਠ ਆ ਗਏ ਔਰ ਉਹਨਾਂ ਨੇ ਕਿਹਾ ਆ ਕੇ ਆਉਂਦੇ ਸਾਰੇ ਕਿ ਬੀਜੇਪੀ ਜਿਹੜੀ ਆ ਉਹ ਜ਼ਗੀਰਦਾਰਾਂ ਦੇ ਸਰਮਾਏਦਾਰਾਂ ਦੀ ਏਜੰਸੀ ਆ, ਇਹ ਕੋਈ ਪਾਰਟੀ ਬੂਟੀ ਨਹੀਂ ਰਹਿ ਗਈ, ਹੁਣ ਏਜੰਸੀ ਦੇ ਤੌਰ ਤੇ ਕੰਮ ਕਰਦੇ। ਦੂਜੇ ਪਾਸੇ ਜਦੋਂ ਮੁਕਰ ਰਾਏ ਆਏ ਆ ਤੇ ਲੱਗਦਾ ਸੀਗਾ ਕਿ ਬਹੁਤ ਸਾਰੇ ਹੋਰ ਜਿਹੜੇ ਵਿਧਾਇਕ ਆ ਜਿਹੜੇ ਪਹਿਲਾਂ TMC ਨੂੰ ਛੱਡ ਕੇ ਬੀਜੇਪੀ ਚਲੇ ਗਏ ਸੀ, ਉੱਥੇ ਜਾ ਕੇ ਜਿੱਤ ਗਏ, ਹੁਣ ਉਹ ਆਪਣਾ ਦਮ ਘੁੱਟਦਾ ਮਹਿਸੂਸ ਕਰ ਰਹੇ ਆ ਤੇ ਵਾਪਸ TMC ਵਿੱਚ ਆਉਣ ਵਾਸਤੇ ਮਮਤਾ ਬੈਨਰਜੀ ਦੀਆਂ ਮਿਹਨਤਾਂ ਕਰਦੇ ਪਏ। ਮਮਤਾ ਬੈਨਰਜੀ ਨੇ ਕਹਿ ਦਿੱਤਾ ਕਿ ਤੁਹਾਨੂੰ ਇੱਕ ਚੈੱਕ ਪੋਸਟ ਵਿੱਚੋਂ ਲੰਘਣਾ ਪਊਗਾ, ਇਹ ਨਹੀਂ ਕਿ ਤੁਸੀਂ ਚਲੇ ਗਏ ਸੀ ਉਦੋਂ ਮੂੰਹ ਚੁੱਕ ਕੇ ਤੇ ਹੁਣ ਜਿਹੜਾ ਮਰਜ਼ੀ ਵਾਪਸ ਆ ਜਾਵੇ, ਇਦਾਂ ਪੋਸੀਬਲ ਨਹੀਂ ਹੈਗਾ। ਬੰਗਾਲ ਦੀ ਇਹ ਸਥਿਤੀ ਜਿਹੜੀ ਹੈ ਜੀ ਇਹ ਕਿੱਧਰ ਦਾ ਇਸ਼ਾਰਾ ਕਰਦੀ ਪਈ? ਬਹੁਤ ਸਪਸ਼ਟ ਹੈ ਕਿ ਜਿਹੜਾ ਕੁਰਬਾ ਇਹਨਾਂ ਨੇ ਇਕੱਠਾ ਕੀਤਾ ਸੀ ਮੋਦੀ ਤੇ ਸ਼ਾਹ ਨੇ, ਹਾਂਜੀ, ਲਾਲਚ ਦੇ ਕੇ, ਡਰਾ ਕੇ ਜਾਂ ਹੋਰ ਮਤਲਬ ਕਈ ਕੁਛ ਇਹਨਾਂ ਨੇ ਕਾਰਨਾਮੇ ਅੱਗੇ ਕੀਤੇ, ਉਹ ਤਾਂ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਖਿਲਰਦਾ ਨਜ਼ਰ ਆ ਰਿਹਾ। ਠੀਕ ਹੈ, ਸਬੂਤ ਹੈ। ਠੀਕ ਹੈ। ਇਸ ਵੇਲੇ ਜਿਹੜੇ ਜਿੱਤੇ ਹੋਏ ਵਿਧਾਇਕ ਹੈ, 35 ਵਿਧਾਇਕ ਜਿੱਤੇ ਹੋਏ ਆ,
ਜਿਹੜੇ ਲਾਈਨ ਲਾ ਕੇ ਖੜੇ ਆ ਕਿ ਸਾਨੂੰ TMC 'ਚ ਸ਼ਾਮਲ ਕਰ ਲਓ। ਹੁਣ ਜਿਹੜਾ ਮੁਕਰ ਰਹੇ ਆ ਔਰ ਇਹਦੇ ਨਾਲ ਇੱਕ ਬਹੁਤ ਵੱਡਾ, ਕਿਉਂਕਿ ਅਸਲ ਦੇ ਵਿੱਚ ਜਿਹੜੀ BJP ਹੈ ਤੇ ਪੈਰ ਲਾਈ ਮੁਕਰ ਰਾਏ ਨੇ ਜੀ। ਇਹਨਾਂ ਪਹਿਲਾਂ ਮੁਕਰ ਰਾਏ ਨੂੰ ਕੁੱਟਿਆ TMC 'ਚੋਂ, ਫਿਰ ਮੁਕਰ ਰਾਏ ਨੇ ਪੂਰੇ 4 ਸਾਲ ਬਹੁਤ ਨਿੱਠ ਕੇ ਕੰਮ ਕੀਤਾ। 2017 ਦੇ ਵਿੱਚ ਇਹ ਹੋਗਾ ਔਰ 19 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ 18 ਜਿਹੜੇ MP ਆ ਉਹ ਚੁਣ ਕੇ ਆਏ। ਉਹ ਕੰਟਰੀਬਿਊਸ਼ਨ ਇਹ ਦਿੱਤੀ ਸਾਡੀ। ਠੀਕ ਹੈ। ਉਹਨੇ TMC ਨੂੰ ਭਾਰੀ ਨੁਕਸਾਨ ਵੀ ਪਹੁੰਚਾਇਆ, ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਔਰ ਸੁਰਿੰਦਰ ਮੁਖਰਜੀ ਜਿਹੜੇ ਆ ਉਹਨਾਂ ਨੇ ਮਤਲਬ ਇਸ ਤੋਂ ਬਾਅਦ ਦੇ ਵਿੱਚ TMC ਛੱਡੀ ਔਰ ਛੱਡ ਕੇ ਉਹ ਕੁਛ ਗਰਮ ਨਾਲੇ ਔਰ ਬਹੁਤ ਵੱਡੀ ਪੱਧਰ ਦੇ ਉੱਤੇ ਧੋਬੀਕਰਨ ਦੇ ਵਿੱਚ ਹਿੰਦੂ ਵਰਸਸ ਮੁਸਲਮਾਨਾਂ ਦੇ ਮਤਲਬ ਰੋਜ਼ ਨਾਰੇ ਮਾਰਦੇ ਰਹੇ। ਇਸ ਕਰਕੇ ਉਹਨਾਂ ਆਪਣੇ ਨੰਬਰ ਇਹਨੇ ਬਣਾ ਲਏ ਕਿ ਇਹਨਾਂ ਨੇ BJP ਨੇ ਉਹਨੂੰ ਤਰੀਹ ਦੇ ਦਿੱਤੀ ਤੇ ਮੁਕਰ ਰਾਏ ਨੂੰ ਪਿੱਛੇ ਕਰਤਾ। ਹੁਣ ਮੁਕਰ ਰਾਏ ਦੀ ਇਹ ਵੀ ਕੰਟਰੈਕਸ਼ਨ ਸੀ, ਪਰ ਇਹਦੇ ਚ ਇੱਕ ਜਿਹੜੀ ਜੁਗਤਬੰਦੀ ਰਹੀ ਹੈ ਜਿਹਨੇ ਕਦੀ ਵੀ ਗੁੰਡਾਗਰਦੀ ਵਾਲੇ ਢੰਗ ਦੇ ਨਾਲ ਪ੍ਰਚਾਰ ਨਹੀਂ ਕੀਤਾ ਜਿਵੇਂ ਦੂਸਰਿਆਂ ਨੇ ਕੀਤਾ। ਗੁੰਡਾਗਰਦੀ ਦਾ ਢੰਗ ਸੀ ਗਾਲਾਂ ਕੱਢੋ, ਦੂਜੇ ਦੋਸ਼ ਲਾਓ। ਮਮਤਾ ਬੈਨਰਜੀ ਨੂੰ ਇਹ ਬਹੁਤ ਵੱਡਾ ਦੁੱਖ ਹੈ ਕਿ ਉਹ ਲੋਕ ਜਿਹੜੇ ਉਹਦੀ ਪਾਰਟੀ ਦੇ ਵਿੱਚ ਲੀਡਰ ਬਣੇ ਔਰ ਉਹ ਬਾਹਰ ਚਲੇ ਗਏ। ਲਾਲਚ ਦੇ ਵਕਤ ਉਹਨਾਂ ਕਿਹਾ ਕੁਛ ਲਾਲਚ ਦੇ ਕਰਕੇ ਗਏ ਆ, ਕੁਛ ਮਤਲਬ ਜੇ ਇਹੋ ਜਿਹੇ ਬੰਦੇ ਆ ਜਿਹਨਾਂ ਦਾ ਕੋਈ ਨੈਤਿਕਤਾ ਨਹੀਂ। ਤੇ ਇਸ ਕਰਕੇ ਜਿੰਨੇ ਵੀ ਹੁਣ ਲਾਈਨ ਲਾ ਕੇ ਆਉਂਦੇ ਆ ਤੁਸੀਂ ਏਦਾਂ ਨਹੀਂ ਕਰੇ ਜਾਣ। ਠੀਕ ਹੈ। ਮੁਕਰ ਰਾਏ ਜਿਹੜਾ ਹੈਗਾ ਉਹਦੇ ਬਾਰੇ ਉਹਨਾਂ ਨੇ ਕਿਹਾ ਵੀ ਇਹਨੇ ਠੀਕ ਹੈ ਵਿਰੋਧ ਕੀਤਾ, ਪਰ ਇੰਨਾ ਮਤਲਬ ਕਹਿ ਲਓ ਕਿ ਜਿੱਦਾਂ ਹੁੰਦਾ ਨਹੀਂ ਬਦਮਾਸ਼ੀ ਵਾਲਾ ਢੰਗ ਇਹ ਉਹਨਾਂ ਤੇ ਸ਼ਾਮਲ ਨਹੀਂ। ਏਦਾਂ ਦੇ ਹੋਰ ਵੀ ਹੈਗੇ ਆ ਬੰਦੇ ਬਹੁਤ ਸਾਰੇ ਜਿਹਨਾਂ ਨੇ ਚਲੇ ਗਏ TMC 'ਚ, ਕੁਛ ਧੋਖੇ ਨਾਲ ਲੈ ਗਏ, ਕੋਈ ਨਾ ਕਿਸੇ ਨੂੰ ਡਰਾ ਕੇ ਲੈ ਗਏ, ਕੁਛ ਜਿਹੜਾ ਕਿਸੇ ਤਰੀਕੇ ਨਾਲ ਚਲੇ ਗਏ, ਪਰ ਉਹ ਮਤਲਬ ਆਪਣੇ ਆਪ ਨੂੰ ਇਨਸਾਨੀਅਤ ਤੋਂ ਗਿਰ ਕੇ ਨਹੀਂ ਵਿਰੋਧ ਕਰ ਰਹੇ। ਜੇ ਮੈਂ ਆਪਣੇ ਨੂੰ ਦੱਸ ਰਿਹਾ ਜੋ ਉਹਨਾਂ ਦਾ ਸੱਚ ਤੱਕ ਕੀ ਹੈ ਕਹਿਣ ਦਾ। ਉਹਨਾਂ ਨੇ ਕਿਹਾ ਵੀ ਇੱਕ ਨਰਮ ਨਦੀ ਹੈ, ਇੱਕ ਗਰਮ ਹੈ, ਧਰਾਇਆ ਗਰਮ ਧਰੇ ਤੋਂ ਮੀਨ ਜਿਹੜੇ ਗਲੋਂ ਵਾਲੀ ਹੁੰਦੇ ਆ ਉਹਨਾਂ ਨੂੰ ਤਾਂ ਲੈਣ ਦਾ ਮਤਲਬ ਹੀ। ਦੂਸਰੇ ਵੀ ਜਿਹੜੇ ਹੈਗੇ ਆ ਇਹਨਾਂ ਨੂੰ 1 by 1 ਚੈੱਕ ਕਰਕੇ ਪਾਰਟੀ ਜਦੋਂ ਬਕਾਇਦਾ ਤੌਰ ਤੇ ਬੋਟਮ ਦੇ ਵਿੱਚ ਜਾ ਕੇ ਦੇਖਣਾ ਹੋਊਗਾ ਕਿ ਕੀ ਕਰਦੇ ਰਹੇ, ਆਮ ਲੋਕਾਂ ਦੇ ਵਿੱਚ ਜਾ ਕੇ ਕੀ ਕਰਦੇ। ਇੱਕ ਤਾਂ ਉਹਨਾਂ ਨੇ ਇਹ ਗੱਲ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਸਪਸ਼ਟ ਕੀਤਾ। ਦੂਸਰਾ ਇਹ ਹੈ ਕਿ ਮੁਕਰ ਰਾਏ ਦਾ ਇਹ ਕਹਿਣਾ ਸੀ, ਹਾਂ ਇੱਕ ਪੁਆਇੰਟ ਉਹਨਾਂ ਨੇ ਮਮਤਾ ਨੇ ਕਲੀਅਰ ਕੀਤਾ ਕਿ ਭਾਰਤੀ ਜਨਤਾ ਪਾਰਟੀ ਕੋਈ ਪਾਰਟੀ ਨਹੀਂ ਰਹਿ ਗਈ। ਇਹ ਜਗੀਰਦਾਰਾਂ ਔਰ ਵੱਡੇ ਸਰਮਾਏਦਾਰਾਂ ਦੇ ਮਤਲਬ ਇੱਕ ਏਜੰਟ ਦੇ ਤੌਰ ਤੇ ਕੰਮ ਕਰ ਰਹੇ ਤੇ ਇਹਨਾਂ ਨੂੰ ਅਸੀਂ ਸਾਰੇ ਭਾਰਤ ਦੇ ਵਿੱਚ ਹੀ ਐਕਸਪੋਜ਼ ਕਰਨਾ ਤੇ ਨਾਲ ਹੀ ਇਹ ਕਿਹਾ ਵੀ ਜਿੰਨੇ ਵੀ ਮਤਲਬ ਲੋਕ ਇਸ ਤਾਨਾਸ਼ਾਹੀ ਸਰਕਾਰ ਦਾ ਵਿਰੋਧ ਕਰਨ ਵਾਲੇ ਆ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਔਰ ਇਕੱਠੇ ਹੋ ਕੇ ਸੰਘਰਸ਼ ਜਿਹੜਾ ਹੈਗਾ ਉਹਦਾ ਐਲਾਨ ਕਰਨਾ ਚਾਹੀਦਾ। ਜਿਹੜੀ ਸ਼ਿਕਾਇਤਾਂ ਨੂੰ ਮੈਂ ਮੀਟਿੰਗ ਹੋਈ ਸੀ ਉਹਦੇ ਬਾਰੇ ਆਪਾਂ ਗੱਲ ਕਰਦੇ ਸੀ, ਉਹ ਵੀ ਬੜੀ ਚਰਚਾ ਦਾ ਵਿਸ਼ਾ ਬਣੀ ਤੇ ਭਾਜਪਾ ਇਸ ਵੇਲੇ ਇਹ ਕਹਿ ਰਹੀ ਹੈ ਕਿ ਕਿਸਾਨ ਅੰਦੋਲਨ ਹੁਣ ਇਹ ਸਿਰਫ ਆਪਣੀਆਂ ਜਿਹੜੇ ਕਾਨੂੰਨ ਰੱਦ ਕਰਾਉਣ ਦੀ ਗੱਲ ਤੇ ਨਹੀਂ ਕਹਿੰਦੇ, ਰਾਜਨੀਤਿਕ ਦਲ ਬਣ ਗਿਆ ਔਰ ਇਹ ਇਸ ਕਿਸਮ ਦੇ ਵੀ ਦੋਸ਼ ਲੱਗ ਰਹੇ। ਇਸ ਕਰਕੇ ਇਹ ਜਿਹੜਾ ਮਤਲਬ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਦਾ ਸੋਚਣਾ ਸਾਫ਼ ਹੋਣ ਜਾ ਰਿਹਾ, ਇਹ ਬੜੀ ਵੱਡੀ ਸੱਟ ਹੈ। ਸਾਰੇ ਸੱਚ ਹੋ ਸਮਝਦੇ ਔਰ ਬੜੀ ਨਮੋਸ਼ੀ ਵੀ ਹੋ ਰਹੀ ਹੈ ਕਿ ਅਸੀਂ ਤਾਂ ਗਏ ਸੀ ਮਮਤਾ ਦਾ ਬਿਲਕੁਲ ਖਾਤਮਾ ਕਰਨ। ਗੱਲ ਇਹ ਤੋਂ ਪਹਿਲੀ ਵਾਲੀਆਂ ਪਿਛਲਾ ਤੋਂ ਜ਼ਿਆਦਾ ਭਾਰਤ ਹੋ ਕੇ ਆ ਗਏ। ਇਹ ਜਦੋਂ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਮਤਲਬ ਇਹਨਾਂ ਨੂੰ ਪੁਰਿਆ ਜਾਊਗਾ ਤੇ ਕਿਸਾਨ ਉਹਦੀ ਸਪੋਰਟ ਕਰਨਗੇ ਤੇ ਆਮ ਜਨਤਾ ਜਿਹੜੀ ਨਾਲ ਉਹ ਸਾਡਾ ਬਣੂਗੀ। ਇਹ ਕਰਕੇ ਬੜੀ ਫਿਕਰਮੰਦੀ ਵਾਲੀ ਗੱਲ ਹੈ। ਭਾਜਪਾ ਦੀ ਫਿਕਰਮੰਦੀ ਕਰਨੀ ਇਹ ਹੀ ਨਹੀਂ, ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਵਿੱਚੋਂ ਬਿਲਕੁਲ ਸੋਚਣਾ ਸਾਫ਼ ਹੈ। ਹਰਿਆਣੇ ਵਿੱਚ ਇਹਨਾਂ ਨੂੰ ਪੁੱਛਦਾ ਨਹੀਂ ਇਹਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਔਰ ਬਿਹਾਰ ਦੇ ਵਿੱਚ ਵੀ ਮਤਲਬ ਜਿਹੜਾ ਵੋਟ ਪਰਚਾ ਹੋਣ ਲੱਗਾ ਉਹਦੇ ਤੋਂ ਵੀ ਇਹ ਚਿੰਤਤ ਹੈ ਕਿਉਂਕਿ ਬਿਹਾਰ ਦੇ ਵਿੱਚ ਕਾਂਗਰਸ ਦਾ ਹੀ ਜਿਹੜਾ ਮਤਲਬ ਇੱਕ ਧੜਾ ਹੈਗਾ ਉਹਦੇ ਵਿੱਚ ਵੀ ਇਹ ਸਾਰੀ ਜਨਤਾ ਜਿਹੜੀ ਉਹ ਬੜੀ ਹੋਈ ਹੈ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀ ਬਿਹਾਰ ਦੀ ਸਰਕਾਰ ਇਹਨਾਂ ਜੋਰ ਤੋੜ ਲਾ ਕੇ ਬਣਾਈ ਸੀ ਉਹਦੇ ਵਿੱਚ ਵੀ ਜੁਗਤਬੰਦੀ ਜਿਹੜੀ ਵੱਖਰੀ ਵੱਖਰੀ ਹੋ ਰਹੀ ਹੈ। ਲਾਲੂ ਪ੍ਰਸਾਦ ਦਾ ਲੜਕਾ ਜਿਹੜਾ ਬੜਾ ਪਾਵਰਫੁਲ ਹੈ ਉਹਦੇ ਨਾਲ ਜਿਹੜਾ ਇੱਕ ਧੜਾ ਹੈ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਉੱਥੇ ਮੁੱਖ
ਮੁੱਖ ਮੰਤਰੀ ਵੀ ਰਿਹਾ ਉਹਦਾ, ਉਹ ਹੁਣ ਪਹਿਲਾਂ ਭਾਜਪਾ ਨਾਲ ਚਲਾ ਗਿਆ, ਹੁਣ ਉਹਦਾ ਨਾਲ ਗੱਠਜੋੜ ਕਰ ਰਿਹਾ। ਸਰਕਾਰ ਦੇ ਖਬਰੇ ਵਾਲੀ ਭੇਜੀ ਉੱਥੇ ਵੀ ਵੱਜ ਗਈ। ਔਰ ਰਾਜਸਥਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਾਂਗਰਸ ਦੇ ਅੰਦਰ ਵੀ ਘਮਸਾਨ ਮਚਿਆ, ਉਹ ਖਬਰ ਇਸ ਪੱਧਰ ਦਾ ਨਹੀਂ ਹੈ ਕਿ ਉਹ ਬਿਲਕੁਲ ਹਿਲ ਗਿਆ। ਤੇ ਇਸ ਕਿਸਮ ਦੀਆਂ ਜਿਹੜੀਆਂ ਯੂਪੀ ਦੇ ਵਿੱਚ ਜੋ ਕੁਛ ਵੀ ਹੈ ਉਹ ਚੱਲ ਰਿਹਾ, ਉਹ ਆਪਾਂ ਡਿਸਕਸ ਕੀਤਾ ਵੀ ਸੀ ਕੱਲ। ਉਹ ਵੀ ਕਰਾਂਗੇ ਕਿ ਉਹ ਪ੍ਰਧਾਨ ਮੰਤਰੀ ਨਾਲ ਤੇ ਦੂਸਰੇ ਕੀ ਨਿਕਲਿਆ ਜੀ ਉਹ ਜੋਗੀ ਸਾਹਿਬ ਤਾਂ ਭੱਟੀ ਸਾਹਿਬ ਜੋਗੀ ਸਾਹਿਬ ਤਾਂ ਵਾਪਸ ਚਲੇ ਗਏ, ਹੁਣ ਲਖਨਊ ਪਹੁੰਚ ਗਏ ਆ। ਕੀ ਨਿਕਲਿਆ ਮੀਟਿੰਗ ਚੋਂ? ਹਾਲਾਤ ਜਿਉਂਦੇ ਤਿਉਂ ਰਹਿਣ ਦਾ ਅੰਦਾਜ਼ਾ ਲਾਉਂਦੇ ਆਪਾਂ ਕਿ ਤਬਦੀਲੀ ਆਉਣ ਦੇ ਚਾਂਸਸ ਹੈ? ਦੇਖੋ ਜੇ ਤਾਂ ਆਪਾਂ ਆਪਣੀ ਚੀਜ਼ ਨੂੰ ਇਹਨਾਂ ਦੀ ਲਈਏ, ਜਿੱਦਾਂ ਪ੍ਰੋਜੈਕਟ ਕਰ ਰਹੇ ਆ ਤੇ ਇਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਲੋਕਾਂ ਨੂੰ ਵੀ ਸੁਣਾਓ। ਹਾਂਜੀ ਜਿਹੜਾ ਹੁੰਦਾ ਨਹੀਂ ਤੇ ਸ਼ੋਅ ਕਰ ਦਿੱਤਾ। ਹਾਂਜੀ ਜੋਗੀ ਸਾਹਿਬ ਆਏ, ਉਹਨਾਂ ਨੂੰ ਜਿੱਦਾਂ ਕਹਿ ਕੇ ਭੇਜਿਆ ਗਿਆ, ਪੂਰੇ ਉਤਰੇ ਤੇ ਹਰੇ ਰੰਗ ਦਾ ਕੁਰਤਾ ਪਾ ਕੇ ਅਮਿਤ ਸ਼ਾਹ ਬੈਠਾ ਸੀ, ਕੋਈ ਉਹਦੇ ਨਾਲ ਮੀਟਿੰਗ ਕੀਤੀ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਸਾਨਾਂ ਦੀਆਂ ਹਰੀਆਂ ਪੱਗਾਂ ਦੇ ਉੱਤੋਂ ਕਿਤੇ ਨਾਟਕ ਤਾਂ ਨਹੀਂ ਕਰ ਲਿਆ, ਉਹ ਤਾਂ ਮੈਂ ਵੀ ਹਰਾ ਕੁਰਤਾ ਪਾ ਕੇ ਦੇਖਣਾ। ਔਰ ਉਹ ਵੀ ਕੀ ਕਾਰਨ ਸੀ, ਉਹਦੇ ਵਿੱਚ ਕੀ ਗੱਲਬਾਤ ਹੋਈ ਆ, ਉਹ ਆਪਾਂ ਕੱਲ ਥੋੜੀ ਜਿਹੀ ਕਰਦੇ ਸੀ। ਫਿਰ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ 1.5 ਘੰਟਾ ਮੀਟਿੰਗ ਹੋਈ ਹੈ ਜੋਗੀ ਅੰਦਰ। ਕੀ ਹੋਇਆ ਕਿ ਜੋਗੀ ਜਾਣਦਾ ਜਾਂ ਪ੍ਰਧਾਨ ਮੰਤਰੀ ਜਾਣਦਾ। ਔਰ ਉਸ ਤੋਂ ਬਾਅਦ JP ਨੱਡਾ ਦੇ ਨਾਲ ਵੀ ਉਹ ਮੀਟਿੰਗ ਕੀਤੀ ਆ, ਤੇ ਜਿਹੜਾ ਉਹਨੇ ਟਵੀਟ ਕੀਤਾ ਹੈ ਜੋਗੀ ਨੇ, ਉਹਨੇ ਕਿਹਾ ਵੀ ਮੈਂ ਇਹਨਾਂ ਤੋਂ ਮਾਰਗਦਰਸ਼ਨ ਲੈ ਕੇ ਤੇ ਵਾਪਸ ਜਾ ਰਿਹਾ। ਅੱਛਾ ਜੀ, ਲੰਬੀ ਚੌੜੀ ਗੱਲ ਨਹੀਂ ਕੀਤੀ ਕੋਈ। ਹੁਣ ਜੋਗੀ ਦਾ ਆਪਣਾ ਇੱਕ ਕਰੈਕਟਰ ਰਿਹਾ ਵੀ ਇਹ ਲੋਕਾਂ ਨੂੰ ਵੀ ਮਾਰਗਦਰਸ਼ਨ ਦਿੰਦਾ ਰਿਹਾ, ਪਰ ਕਦੇ ਕਿਸੇ ਕੋਲੋਂ ਇਹਨੇ ਮਾਰਗਦਰਸ਼ਨ ਲਿਆ ਨਹੀਂ। ਇਹ ਵੀ ਹੈਰਾਨੀ ਦੀ ਗੱਲ ਹੈ। ਪਹਿਲੀ ਵਾਰ ਹੈ ਕਿ ਇਹ ਤਾਂ ਵੀ ਮੈਂ ਮਾਰਗਦਰਸ਼ਨ ਜਿਹੜਾ ਹੈਗਾ ਉਹ ਕੀਤਾ, ਤਾਂ ਉਹ ਇੱਕ ਮਤਲਬ ਇਹ ਏਦਾਂ ਦੀ ਗੱਲ ਹੈ ਕਿ ਜਿਹੜੀ ਭ੍ਰਿਸ਼ਟਾਚਾਰ ਦੇ ਨਾਤੇ ਜਾਂ ਮਤਲਬ ਇੱਕ ਸੂਰਜ ਹੁੰਦੇ ਆ ਤਾਂ ਉਹਨੇ ਲਾਈਨਾਂ ਲਿਖ ਦਿੱਤੀਆਂ। ਪਰ ਜਿਹੜੇ ਮਤਲਬ ਬਹੁਤ ਪਹਿਲੀ ਨਜ਼ਰ ਰੱਖਣ ਵਾਲੇ ਜਰਨਲਿਸਟ ਆ, ਉਹਨਾਂ ਦੇ ਜਿਹੜੇ ਨਰਸ ਆ ਉਹਦੇ ਚ ਉਹਨਾਂ ਨੇ ਕਿਹਾ ਵੀ ਕੁਝ ਵੀ ਨਹੀਂ ਹੋਇਆ। ਹੈਰਾਨੀ ਦੀ ਗੱਲ ਹੈ, ਕੋਈ ਫੈਸਲਾ ਨਹੀਂ। ਜੋ ਕੁਝ ਹੋਇਆ ਹੈ ਉਹਦੇ ਵਿੱਚ ਵੀ ਏਦਾਂ ਲੱਗ ਰਿਹਾ ਕਿ ਜਿਵੇਂ ਮੋਦੀ ਬੈਕ ਫੁਟਿੰਗ ਤੇ ਗਿਆ। ਤੁਸੀਂ ਦੇਖੋ ਫੈਸਲਾ ਕੀ ਹੋਇਆ, ਇੱਕ ਤਾਂ ਜੁਲਾਈ ਤੱਕ 15 ਜੁਲਾਈ ਤੱਕ ਮੂੰਹ ਨਹੀਂ ਖੋਲਣੇ। ਠੀਕ ਹੈ, ਉੱਥੇ ਜਾਣਾ ਹੈ ਯੂਪੀ ਦੇ ਵਿੱਚ, ਜਾ ਕੇ ਜਿਹੜੀਆਂ ਪੰਚਾਇਤੀ ਚੋਣਾਂ ਹੋ ਚੁੱਕੀਆਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਅੱਗੇ ਚੋਣਾਂ ਹੋ ਰਹੀਆਂ ਮਤਲਬ ਬਲਾਕ ਪੱਧਰ ਦੀਆਂ, ਜ਼ਿਲ੍ਹਾ ਪੱਧਰ ਦੀਆਂ, ਉਹਦੇ ਵਿੱਚ ਪਵਨ ਜਿੱਤ ਦਾ ਕਿਹੜੀ ਪੋਜੀਸ਼ਨ ਬਣਦੀ, ਕਿਉਂਕਿ ਇਹਨਾਂ ਦੀ ਵਿਅਕਤੀ ਬਹੁਤ ਘੱਟ ਹੈ, ਬਾਕੀ ਦੇ ਵਿਰੋਧੀ ਪਾਰਟੀਆਂ ਦੀ ਜ਼ਿਆਦਾ। ਅੱਛਾ, ਇੱਕ ਤੇ ਇਸ ਚਾਪੇ ਪਏ। ਦੂਸਰੀ ਗੱਲ ਹੈ ਕਿ ਕੀ ਹੋ ਗਿਆ ਕਿ ਕੋਈ ਵੀ ਚੇਂਜ ਨਹੀਂ ਆਉਗੀ ਮੰਤਰੀ ਮੰਡਲ। ਅੱਛਾ ਜੀ, ਕੋਈ ਚੇਂਜ ਨਹੀਂ ਹੋ। ਹੁਣ ਜਿਹੜੀ ਕੋਈ ਚੇਂਜ ਨਹੀਂ ਹੋਊਗੀ ਉਹਦਾ ਤਾਂ ਬਹੁਤ ਬੁਰੀ ਆ। ਕਰੋਮਚੀ ਹੋ ਰਿਹਾ ਅਮਿਤ ਸ਼ਾਹ ਵੀ ਤੇ PM ਵੀ, ਕਿਉਂਕਿ ਇਹਨਾਂ ਦਾ AK ਸ਼ਰਮਾ ਨੂੰ ਇਹ ਕਿਹਾ ਗਿਆ ਕਿ ਚੁੱਪ ਕਰਕੇ ਉਸੇ ਥਾਂ ਟਿਕਿਆ ਰਹੇ ਜਿੱਥੇ ਪਿੱਛੇ ਟਿਕਿਆ ਹੁੰਦਾ, ਤੇ ਇਹਨਾਂ ਨੂੰ ਹੋਵੇ 4 ਮਹੀਨੇ ਇਸ ਗੱਲ ਨਹੀਂ ਭੁੱਲ ਰਿਹਾ ਵੀ ਇਸ ਤੋਂ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਬਣਾਉਣਾ। ਔਰ ਇਹ ਕਿ ਉਸ ਇਲੈਕਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਕਿਹਾ ਨਹੀਂ ਹੋਊਗਾ, ਇਹ ਕੱਲ ਹੀ ਫੈਸਲਾ ਹੋ ਗਿਆ। ਠੀਕ ਹੈ ਜੀ। ਤੇ ਹੁਣ ਇੱਕ ਗੱਲ ਨਵੀਂ ਸਾਹਮਣੇ ਆਈ ਆ ਕਿ ਯੋਗੀ ਹੀ ਕਰੂਗਾ ਸਾਰਾ ਕਿਹੜਾ ਇਲੈਕਸ਼ਨ ਨੂੰ, ਉਹ ਹੀ ਚਿਹਰਾ ਹੋਊਗਾ, ਪਰ ਉਹਦੇ ਨਾਲ ਪਾਰਟੀ ਦੇ ਮੁਖੀ ਦੇ ਤੌਰ ਤੇ ਅਮਿਤ ਸ਼ਾਹ ਹੋਊਗਾ। ਜਦੋਂ ਕਿ ਪਿਛਲੀ ਵਾਰੀ ਜਦੋਂ ਇੱਥੇ ਇਲੈਕਸ਼ਨ ਹੋਈ ਆ, ਯੋਗੀ ਨੂੰ ਕਿਸੇ ਨੇ ਪੁੱਛਿਆ ਨਹੀਂ ਸੀ ਕਿ ਅਸੀਂ ਕਿਹਨੂੰ ਟਿਕਟ ਦੇਣੀ ਕਿਹਨੂੰ ਨਹੀਂ ਦੇਣੀ, ਉਹ ਤਾਂ ਬਿਲਕੁਲ ਹੀ ਸਾਫ਼ ਹੀ ਕਰਕੇ ਪਾਸੇ ਸਿੱਟਿਆ ਸੀ ਨਾ। ਉਹਨੂੰ ਸਮਝਦਾ ਵੀ ਮੇਰੀ ਇਹ ਪ੍ਰਾਪਤੀ ਹੈ। ਇਹ ਸਮਝਦੇ ਆ ਵੀ ਯੋਗੀ ਇੱਥੇ ਆਇਆ, ਸਾਡੀ ਇਹਨੇ ਗੱਲ ਸੁਣੀ ਆ, ਸਾਡੇ ਨਾਲ ਗੱਲ ਕਰਕੇ ਟਵੀਟ ਕਰਾ ਲਿਆ, ਇਹ ਸਾਡੀ ਜਿੱਤ। ਹੁਣ ਦੋਵੇਂ ਆਪੋ ਆਪਣੀ ਜਿੱਤ ਜਿਹੜੀ ਕਿ ਐਂਗਲ ਤੋਂ ਦੇਖਦੇ ਆ, ਤਾਂ ਦੇਖਣ ਵਿੱਚ ਇਹ ਆ ਕਿ ਪ੍ਰੈਕਟਿਸ ਦੇ ਵਿੱਚ ਉੱਤਰ ਪ੍ਰਦੇਸ਼ ਚ ਜਿਵੇਂ ਪਹਿਲਾਂ ਯੋਗੀ ਆਪਣੀਆਂ ਚੱਲਦੀਆਂ ਤੇ ਲੋਕਾਂ ਹੁਣ ਤੋਂ ਖੁੱਲੀ ਛੁੱਟੀ ਮਿਲ RSS ਡਟ ਕੇ ਖੜੀ ਹੈ। ਇਹ ਕੁਛ ਹੋਵੇ ਇਹਨੂੰ ਪ੍ਰੋਜੈਕਟ ਕਰਨਾ ਆ ਹਿੰਦੂ ਰਾਜ ਜਿਹੜਾ ਹੈਗਾ ਉਹਦਾ ਸਾਰਾ ਜਿਹੜਾ ਮੁਖੀ ਦੇ ਤੌਰ ਦੇ ਉੱਤੇ ਯੋਗੀ ਹੀ ਜਿਹੜਾ ਉਹ ਮਤਲਬ ਕਾਮਯਾਬ ਹੈ, ਹੋਰ ਕੋਈ ਨਹੀਂ ਹੈ। ਇਸ ਕਰਕੇ ਉਹ ਮੋਦੀ ਤੋਂ ਬਾਅਦ ਦੇ ਵਿੱਚ ਯੋਗੀ ਨੂੰ ਪੇਸ਼ ਕਰ ਰਹੇ ਤੇ ਮੋਦੀ ਕਿਹਨੂੰ ਪੇਸ਼ ਕਰ ਰਹੇ ਪਤਾ ਨਹੀਂ। ਉਹ ਕਹਿੰਦਾ ਮੇਰੇ ਮੁਕਾਬਲੇ ਚ ਹੈ ਕੋਈ ਅਗਲੇ ਨੰਬਰ ਤੱਕ। ਠੀਕ ਹੈ। ਇਹ ਪੋਜੀਸ਼ਨ ਜਿਹੜੀ ਹੈ ਇਹ ਸਾਰੀ ਕੁਆਇਟ ਦੇ ਵਿੱਚੋਂ ਨਿਕਲ ਆ ਗਈ। 3 ਮਹੀਨੇ ਤੇ 3 ਹਫ਼ਤੇ ਦਾ ਦੰਡ ਪਾਏ ਜਾ ਕੇ
ਹਾਂਜੀ ਹਾਂਜੀ ਤੇ ਉਹਨੇ ਕੋਈ ਵਿਆਹ ਰੱਖਿਆ ਸੀ ਜਿਹੜਾ ਬਾਂਦਰ ਬਾਬਾ ਦੇਵਤਾ ਉਹਦੇ ਵਿੱਚ ਸਾਰਾ ਕੁਛ ਸੀ। ਤੇ ਇਸ ਕਰਕੇ ਇਹਦਾ ਕੀ ਹੋਇਆ ਕਿ ਇਹ ਇੱਕ ਬੜੀ ਮਤਲਬ ਅਜੀਬ ਕਿਸਮ ਦੀ ਇਹਨਾਂ ਦੇ ਕੋਈ 100 ਕੀ ਉਹ ਮੈਂ ਕਹਿਣਾ ਨਹੀਂ ਚਾਹੁੰਦੇ ਜਦੋਂ ਇਹਨਾਂ ਨੇ ਆਪਣੇ ਸਿਰ 'ਚ ਸਵਾਹ ਪਾਉਣ ਤੋਂ ਬਿਨਾਂ ਕੀਤਾ ਤਾਂ ਨਹੀਂ। ਠੀਕ ਹੈ। ਦੂਸਰੇ ਪਾਸੇ ਕਿਸਾਨ ਅੰਦੋਲਨ ਦਾ ਜਿਹੜਾ ਪ੍ਰੈਸ਼ਰ ਹੈ ਉਹ ਦਿਮਾਗਾਂ ਤੇ ਇੰਨਾ ਛਾਇਆ ਕਿ ਪਤਾ ਨਹੀਂ ਸਾਨੂੰ ਕੀ ਵਾਪਰਨਾ ਤੇ ਸਾਡਾ ਆਉਣ ਵਾਲਾ ਭਵਿੱਖ ਕਿਸ ਪਾਸੇ ਨੂੰ ਜਾਣਾ। ਠੀਕ ਹੈ। ਇਸ ਕਰਕੇ ਉਹਨਾਂ ਦੇ ਅੰਦਰੋਂ ਵੀ ਆਵਾਜ਼ਾਂ ਉੱਠ ਰਹੀਆਂ ਹੈ। ਭਾਜਪਾ ਦੇ ਅੰਦਰ ਦੇ ਅੱਧੇ ਵੱਧ ਜਿਹੜਾ ਭਾਜਪਾ ਦੇ ਰੱਖੇ ਪਈਆਂ ਉਹ ਕਹਿ ਰਿਹਾ ਕਿ ਇਹ ਇਹਨਾਂ ਨੇ ਜਾਣ ਬੁੱਝ ਕੇ ਸੰਕਟ ਖੜਾ ਕੀਤਾ ਕਿਸਾਨਾਂ ਦਾ ਕਾਨੂੰਨ ਲਿਆ ਕੇ ਜੇ ਰੱਦ ਕਰ ਦਿੰਦੇ ਜਾਂ ਪਹਿਲਾਂ ਜਿਹੜੇ ਇਸ ਗੱਲ ਨੂੰ ਜੇ ਠੀਕ ਕਰਦੇ ਨੇ ਮਸਲਾ ਉੱਠਣਾ ਨਹੀਂ। ਹੁਣ ਇਸ ਪੱਧਰ ਤੇ ਬੈਠ ਗਿਆ ਹੱਲ ਕੋਈ ਨਹੀਂ ਦੱਸਦਾ। ਤੁਸੀਂ ਭੱਟੀ ਸਾਹਿਬ ਮੈਂ ਇੱਕ ਸਮਝ ਆਇਆ ਕਿ ਭਾਜਪਾ ਆਪਣੇ ਕਾਰਨਾਮਿਆਂ ਕਰਕੇ ਔਰ ਆਪਣੀ ਜਿਹੜੀ ਆ ਨਾ ਮਤਲਬ ਇੱਕ ਕਿਸਮ ਦੀ ਈਗੋ ਬਣਾ ਲਈ ਜਿਹਦਾ ਤਾਨਾ ਸ਼ਾਦੀ ਹੁੰਦੀ ਕਿ ਮੇਰੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਉਹਦਾ ਛੱਟਾ ਨਿਕਲਿਆ ਤੇ ਨਾ ਨਿਕਲਣਾ ਬੜਾ ਖਤਰਨਾਕ। ਭੱਟੀ ਸਾਹਿਬ ਤੁਸੀਂ ਸਵਾਲ ਪੁੱਛਿਆ ਕਿ ਉਹ ਹੀ ਹੋ ਰਿਹਾ ਉਹਦਾ ਹੀ ਪ੍ਰੋਜੈਕਸ਼ਨ ਹੈਗਾ। ਹਾਂਜੀ ਹਾਂਜੀ ਭੱਟੀ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਭਾਜਪਾ ਦੀ ਜਿਹੜੀ ਹੈ ਯੂਪੀ ਵਿੱਚ ਹਾਲਤ ਬੜੀ ਖਰਾਬ ਹੈ ਔਰ ਬਿਹਾਰ ਵਿੱਚ ਵੀ ਇਦਾਂ ਦੀ ਗੱਲ ਹੈ। ਪੰਜਾਬ ਦੇ ਵਿੱਚ 9 ਮਾਸ ਦੇ ਰਿਸ਼ਤੇ ਵਾਲੇ ਦੋ ਜਿਹੜੇ ਗੁੱਟ ਸੀਗੇ ਸਿਆਸੀ ਪਾਰਟੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਤੇ ਦੂਸਰਾ ਬੀਜੇਪੀ ਉਹ 9 ਮਾਸ ਟੁੱਟ ਗਏ ਤੇ ਹੁਣ ਅਕਾਲੀਆਂ ਨੇ ਜਿਹੜੀ ਆ ਸਾਂਝ ਪਾਲੀ ਦੀ ਜਿਹੜੀ ਬਹੁਜਨ ਸਮਾਜ ਪਾਰਟੀ ਨਾਲ। ਇਹ ਕੀ ਲੱਗਦਾ ਜੀ ਵੀ ਇਹ ਸਿਰਫ ਰਾਜਨੀਤਿਕ ਦਾਅਬਾਜ਼ੀ ਆ ਜਾਂ ਸੱਚੀ ਮੁੱਚੀ ਇਹਨਾਂ ਨੂੰ ਹੇਜ ਜਾਗਿਆ ਵਾ ਦਲਿਤਾਂ ਦੇ ਨਾਲ ਕਿ ਅਸੀਂ ਦਲਿਤਾਂ ਨਾਲ ਰਲ ਕੇ ਜਿਹੜਾ ਰਾਜਨੀਤੀ ਕਰਾਂਗੇ ਦਲਿਤਾਂ ਨੂੰ ਮੋਹਰੇ ਰੱਖਾਂਗੇ। ਜਿਵੇਂ ਇਹਨਾਂ ਨੇ ਪਿੱਛੇ ਜਿਹੇ ਇੱਕ ਬੀਜੇਪੀ ਨੇ ਪੱਤਾ ਖੇਡਿਆ ਸੀਗਾ ਕਿ ਅਗਲਾ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਉਹ ਦਲਿਤ ਹੋਊਗਾ ਤੇ ਅਕਾਲੀਆਂ ਨੇ ਕਹਿਤਾ ਕਿ ਜੀ ਅਸੀਂ ਤਾਂ ਉਪ ਮੁੱਖ ਮੰਤਰੀ ਦਲਿਤ ਬਣਾ ਦੇਣਾ। ਇਹੋ ਜਿਹੀਆਂ ਜਿਹੜੀਆਂ ਸਰਗਰਮੀਆਂ ਚੱਲਦੀਆਂ ਭਾਵੇਂ ਇਹਦੇ ਵਿੱਚ ਦਲਿਤਾਂ ਦਾ ਕੋਈ ਫਾਇਦਾ ਹੋਵੇ ਜਾਂ ਨਾ ਹੋਵੇ ਪਰ ਰਾਜਨੀਤਿਕ ਉਥਲ ਪੁਥਲ ਜਿਹੜੀ ਆ ਇਹ ਅਖਬਾਰਾਂ ਦੀਆਂ ਸੁਰਖੀਆਂ ਬਣੀ ਰਹਿੰਦੀ ਆ। ਇਹ ਜਿਹੜਾ ਬੀਐਸਪੀ ਤੇ ਅਕਾਲੀ ਦਲ ਦਾ ਸਮਝੌਤਾ ਹੋਇਆ ਕੀ ਲੱਗਦਾ ਕਿ ਆਉਣ ਵਾਲੇ ਜਿਹੜੀਆਂ ਚੋਣਾਂ ਉੱਤੇ ਕੋਈ ਚੰਗਾ ਅਸਰ ਪੈ ਜਾਏਗਾ? ਜੋ ਇਹਨਾਂ ਨੇ ਪਿਛਲੇ 10 ਸਾਲ ਦੀ ਸਰਕਾਰ ਦੇ ਵਿੱਚ ਕਾਰਨਾਮੇ ਕੀਤੇ ਆ ਉਹ ਅਸੀਂ ਕਿਸੇ ਨੂੰ ਭੁੱਲੇ ਨਹੀਂ। ਨੰਬਰ 1 ਨੰਬਰ 2 ਇਹਨਾਂ ਨੂੰ ਡਰ ਲੱਗ ਰਿਹਾ ਕਿ ਜੇ ਲੋਕਾਂ ਨੇ ਪੁੱਛ ਲਿਆ ਕਿ ਵਿਅਕਤੀ ਮਾਮਲੇ ਦਾ ਕੀ ਹੋਇਆ ਤੁਸੀਂ ਕਿੱਦਾਂ ਆਪਣੇ ਆਪ ਨੂੰ ਬਰੀ ਕਰਾਉਣ ਵਾਲੀਆਂ ਗੱਲਾਂ ਚੱਲੀਆਂ ਤੇ ਜਵਾਬ ਕੀ ਦਿਆਂਗੇ। ਸੋ ਜਿਹੜੀ ਚੁਣਾਵੀ ਰਣਨੀਤੀ ਆ ਉਹਦੇ ਵਿੱਚ ਸ਼ਤਰੰਜ ਦੀ ਖੇਡ ਖੇਡ ਰਹੇ ਆ। ਮੈਂ ਦੇਖੋ ਕਿਸੇ ਨੂੰ ਕੋਈ ਮਤਲਬ ਨਹੀਂ ਦਲਿਤ ਕੌਣ ਆ ਕੋਈ ਮਤਲਬ ਨਹੀਂ ਕਿਸਾਨਾਂ ਦਾ ਕੀ ਹੋ ਰਿਹਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਨਹੀਂ ਤਾਂ 10 ਸਾਲ ਜਿਹੜੀ ਸਰਕਾਰ ਹੋਈ ਉਹਦਾ ਦੱਸ ਰਹੇ ਹੈ ਇੱਥੋਂ ਤੱਕ ਕਿ ਜਿਹੜੇ ਗਲਤ ਬੱਚਿਆਂ ਨੂੰ ਵਜ਼ੀਫੇ ਜਿਹੜੇ ਉਹਦੇ ਲਈ ਪੈਸਾ ਕੇਂਦਰ ਦੀ ਸਰਕਾਰ ਵੱਲੋਂ ਰੋਜ਼ ਸੋਨੀ ਸਰਕਾਰ ਵੇਲੇ ਆ ਗਿਆ ਸੀ ਇਹਨਾਂ ਨੇ ਉਹ ਵੀ ਨਹੀਂ ਕਰ ਦਿੱਤਾ। ਉਹਨੂੰ ਪਤਾ ਹੀ ਇੰਨਾ ਕੁ ਲੱਗਾ ਕਿ ਤੁਸੀਂ ਕਰਾਂਗੇ ਨਹੀਂ ਮੰਨਿਆ। ਅੱਜ ਰੌਲਾ ਪਾਉਂਦੇ ਕਾਂਗਰਸ ਦਾ ਕਰਕੇ ਕਹਿੰਦੇ ਜੀ ਉਹ ਜਿਹੜੇ ਤੁਸੀਂ ਰੋਕੇ ਆ ਕਰਦੇ ਉਹ ਦੱਸੋ ਕਿੱਥੇ ਗਏ ਕੀ ਹੋਇਆ। ਤੇ ਇਹ ਚੀਜ਼ਾਂ ਨੂੰ ਆਪਾਂ ਪਾਸੇ ਰੱਖ ਲਈਏ ਕਿ ਜਿਹੜੇ ਰਾਜਨੀਤਿਕ ਲੋਕ ਹੈਗੇ ਆ ਇਹਨਾਂ ਲਈ ਚੋਣਾਂ ਤੇ ਕੁਰਸੀ ਸਭ ਕੁਝ ਤੋਂ ਉੱਪਰ ਹੈ। ਠੀਕ ਹੈ ਜੀ। ਇਹਨਾਂ ਦਾ ਖਿਲਾਫ ਇਹ ਚੋਣਾਂ ਦੀ ਖਾਤਰ ਹਰ ਉਹ ਕਰਤੂਤ ਕਰ ਸਕਦੇ ਜਿਹੜੇ ਆਮ ਲੋਕ ਨਹੀਂ ਕਰਦੇ ਸੋਚਦੇ। ਠੀਕ ਹੈ। ਜੋ ਕੁਝ ਇਹ ਕਰਦੇ ਆ ਠੀਕ ਹੈ ਝੂਠ ਬੋਲਣਾ ਬੇਈਮਾਨੀ ਕਰਨੀ ਲੋਕਾਂ ਨੂੰ ਨਸ਼ਾ ਵੰਡਣਾ ਤੁਸੀਂ ਦੱਸੋ ਇਹ ਕਿਹੜਾ ਲੋਕਤੰਤਰ ਹੈ ਕਿ ਕਿਹਦੇ ਰਾਖੀ ਕਰ ਰਿਹਾ ਇਹਨਾਂ ਨੇ ਤਾਂ ਭ੍ਰਿਸ਼ਟ ਕਰਦੇ ਨੇ ਘਬਰਾ ਰਿਹਾ। ਉਹਦੇ ਰਾਹੀਂ ਹਰ ਉਹ ਕੰਮ ਕਰਨਾ ਹੈ ਜਿਹਨਾਂ ਲੋਕਾਂ ਨੂੰ ਮੂਰਖ ਬਣਾਇਆ ਜਾਵੇ ਥੋੜੇ ਰਾਜ ਦੇ ਦਿੱਤੇ ਜਾਣ ਵੋਟਾਂ ਲੈ ਕੇ ਸਰਕਾਰ ਬਣਾਈ ਜਾਵੇ ਤੇ ਫਿਰ ਉਹਨਾਂ ਨੂੰ ਫਾਇਦਾ ਜਾਵੇ। ਠੀਕ ਹੈ। ਉਹਨਾਂ ਦੇ ਵਿਰੁੱਧ ਸਾਜ਼ਿਸ਼ਾਂ ਰਚੀਆਂ ਜਾਣ ਝੂਠ ਬੋਲੇ ਜਾਣ ਬੇਈਮਾਨੀ ਕੀਤੀ ਜਾਣ ਕਿਤੇ ਵੱਡਾ ਪ੍ਰਗਟ ਸਿੰਘ ਨੇ ਕਿਤੇ ਖੁਲਾਸਾ ਨਾ ਕੀਤਾ ਕੀ ਫਰਕ ਹੈ? ਕੋਈ ਫਰਕ ਨਹੀਂ। ਜੇ ਤੁਸੀਂ ਭ੍ਰਿਸ਼ਟਾਚਾਰੀਆਂ ਨੂੰ ਬੇਈਮਾਨਾਂ ਨੂੰ ਦੇਸ਼ ਦੇ ਦੁਸ਼ਮਣਾਂ ਨੂੰ ਨਾਲ ਲੈ ਕੇ ਸਾਰੇ ਕੰਮ ਕਰਦੇ ਆ ਫਰਕ ਕੀ ਹੈ ਤੁਹਾਡੇ ਤੋਂ? ਸੋ ਇਸ ਕਰਕੇ ਜਿਹੜੀ ਹੁਣ ਬੀਐਸਪੀ ਦੇ ਨਾਲ ਇਹਨਾਂ ਦੀ ਗੱਲ ਚੱਲ ਰਹੀ ਆ ਉਹਦੇ ਫਾਈਨਲ ਕਰਨੀ ਹੋਈ ਫਾਈਨਲ ਤਾਂ ਮਾਇਆਵਤੀ ਨੇ ਕਰਨੀ ਆ। ਉੱਥੇ ਕੋਈ ਸੀਟਾਂ ਦੀ ਲੈਣ ਦੇਣ ਦੀ ਘੱਟ ਜਿਹੜੀ ਹੈ ਪਾ ਰਹੇ ਆ ਉਹ ਬੀਐਸਪੀ ਵੱਧ ਸੀਟਾਂ ਮੰਗ ਰਹੀ ਹੈ ਘੱਟ ਦੇ ਰਹੇ ਆ ਤੇ ਇਹ ਚੱਲ ਰਿਹਾ ਜੀ ਅਜੇ ਫਾਈਨਲ ਤਾਂ ਨਹੀਂ ਕਰ ਸਕਦੇ। ਅਖਬਾਰੀ ਖਬਰਾਂ ਹੈਗੀਆਂ ਰੌਲਾ ਵੀ ਪਿਆ ਤੇ ਇਹਨਾਂ ਦੀ ਹੋਰ ਕੋਈ ਹੈ ਵੀ ਨਹੀਂ ਜਿਹਦੇ ਨਾਲ ਸਾਡਾ ਮੋਰਚਾ ਬਣਾ ਲਿਆ। ਇਹ ਵੀ ਹੈ ਤੇ ਬੀਐਸਪੀ ਦਾ ਹੈ ਕਿ ਜਿੱਥੋਂ ਨੂੰ ਲਾਲਚ ਮਿਲਿਆ ਉਹ ਕਰਦਾ ਦੱਸਦਾ ਕਿ ਉੱਤਰ ਪ੍ਰਦੇਸ਼ ਦੀ ਗੱਲ ਥੋੜੀ ਜਿਹੀ ਉਕਾਰੀ ਰਹੀ ਹੈ
ਠੀਕ ਤੇ ਉਹ ਜਿਹੜਾ ਇਹਦਾ ਭਰਾ ਆ ਉਹਨੂੰ ਕਿਹਾ ਵੀ ਇਹਨੂੰ ਉਪ ਮੁੱਖ ਮੰਤਰੀ ਬਣਾਓ ਉੱਤਰ ਪ੍ਰਦੇਸ਼ ਦਾ। ਠੀਕ ਹੈ। ਏਦਾਂ ਦੇ ਸੌਦੇ ਹੋ ਰਹੇ ਆ। ਤੁਸੀਂ ਦੱਸੋ ਕਿ ਇਹ ਜਿਹੜੇ ਇਹ ਮੰਗਾ ਰੱਖਣਾ ਵੀ ਮਾਇਆਵਤੀ ਆ ਉਹ ਇਹਨਾਂ ਦੀ ਗੱਲ ਮੰਨੂ ਪੰਜਾਬ ਨੂੰ ਸਮਝਦੀ ਕੁਛ ਨਹੀਂ। ਉਹਦੇ ਵਿੱਚ ਰੱਖੋਗੇ ਤਾਂ ਉਹ ਕਹੋਗੇ ਮੁੱਖ ਮੰਤਰੀ ਸਾਡਾ ਮੰਨੋ ਹਾਂਜੀ ਇਹ ਕਰਾਂਗੇ ਕਹਿੰਦੇ ਨਹੀਂ ਉਪ ਮੁੱਖ ਮੰਤਰੀ ਬਣਾਵਾਂਗੇ। ਤੇ ਇਸ ਕਰਕੇ ਰੱਟੇਬਾਜ਼ੀ ਜਿਹੜੀ ਇਹਦੇ ਚੱਲਣੀ ਆ ਇਹਦਾ ਕੁਛ ਨਹੀਂ ਕਿਹਾ ਜਾ ਸਕਦਾ ਕੀ ਹੈ ਤੇ ਰੱਖ ਵੀ ਕੋਈ। ਠੀਕ ਹੈ। ਲੋਕਾਂ ਲਈ ਇਹਦਾ ਕੋਈ ਮਾਣਾ ਨਹੀਂ ਹੈ ਕਿਉਂਕਿ ਇਲੈਕਸ਼ਨ ਤੇ ਤਗੜੇ ਪਾਈਆਂ ਕਰਨ ਸਾਰੇ ਕਰ ਰਹੇ ਆ। ਮੈਂ ਕਦੀ ਇਹਨਾਂ ਦੀ ਨਹੀਂ ਗੱਲ ਕਰਦਾ। ਹੁਣ ਇਹਦੇ ਵਿੱਚ ਮਤਲਬ ਕਿਸੇ ਪਾਰਟੀ ਦਾ ਨਾਂ ਲਈਏ ਕੀ ਕਰੀਏ ਕਿਉਂਕਿ ਚੋਣਾਂ ਦੀ ਜਿਹੜੀ ਸਟ੍ਰੈਟਜੀ ਚੱਲਦਾ ਹੈਗੀਆਂ ਇਹੋ ਜਿਹੀਆਂ ਬਣ ਚੁੱਕੀਆਂ ਕਿ ਇਸ ਹਮਾਮ ਵਿੱਚ ਸਾਰਿਆਂ ਨੂੰ ਜਾ ਕੇ ਨੰਗੇ ਹੋਣਾ ਪੈਂਦਾ। ਠੀਕ ਹੈ ਜੀ। ਔਰ ਇਹਦਾ ਲੋਕਾਂ ਦੀ ਦੇਸ਼ ਨਾਲ ਜਾਂ ਲੋਕਾਂ ਨਾਲ ਕੋਈ ਲੈਣਾ ਦੇਣਾ ਹੈ ਨਹੀਂ। ਅੱਜ ਲੋਕ ਸਮਝ ਚੁੱਕੇ ਵੱਡੀ ਗਿਣਤੀ ਚ ਕਿਸਾਨ ਅੰਦੋਲਨ ਨੇ ਬਹੁਤ ਕੁਝ ਸਿੱਖਿਆ ਦੇ ਦਿੱਤੀ ਹੈ। ਹਾਂਜੀ ਕਿਸਾਨੀ ਅੰਦੋਲਨ ਦੀ ਵੱਡੀ ਸਾਹਿਬ ਗੱਲ ਕਰਦੇ ਹਾਂ ਆਪਾਂ, ਪਰ ਇਸ ਤੋਂ ਪਹਿਲਾਂ ਤੁਸੀਂ ਇੱਕ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਵਜ਼ੀਫੇ ਦੀ ਗੱਲ ਕੀਤੀ ਸੀ, ਡਾਕਟਰ ਮਨਮੋਹਨ ਸਿੰਘ ਟਾਈਮ ਦੀ ਗੱਲ ਕੀਤੀ। ਇਹ ਵਜ਼ੀਫਿਆਂ ਦਾ ਰੌਲਾ ਜਿਹੜਾ ਉਹ ਪੰਜਾਬ 'ਚ ਕਾਫੀ ਚੋਖਾ ਇਹਨੇ ਖਲਜਗੜ ਪਾਇਆ ਹੋਇਆ। ਜਿਹੜਾ ਕੌਮੀ ਪੱਧਰ ਤੇ ਅਨੁਸੂਚਿਤ ਜਾਤੀ ਕਮਿਸ਼ਨ ਹੈ ਜੀ, ਉਹਦੇ ਵਿਜੇ ਸੰਪਲਾ ਉਹਦੇ ਹੈਗੇ ਆ ਮੁਖੀ ਹੈ। ਉਹਨਾਂ ਨੇ ਕਿਹਾ ਜੀ ਕਿ ਪੋਸਟ ਮੈਟ੍ਰਿਕ ਵਜ਼ੀਫੇ ਜਿਹੜੇ ਆ ਉਹ ਵਿਦਿਆਰਥੀਆਂ ਨੂੰ ਦਿੱਤੇ ਨਹੀਂ ਗਏ ਤੇ ਲਗਭਗ 2 ਲੱਖ ਵਿਦਿਆਰਥੀ ਜਿਹੜੇ ਆ ਉਹ ਆਉਣ ਵਾਲੀਆਂ ਜਿਹੜੀਆਂ ਪ੍ਰੀਖਿਆਵਾਂ ਹੈਗੀਆਂ ਉਹਦੇ 'ਚ ਹਿੱਸਾ ਨਹੀਂ ਲੈ ਸਕਣਗੇ, ਬੈਠਣਗੇ ਨਹੀਂ ਕਿਉਂਕਿ ਉਹਨਾਂ ਨੂੰ ਜਿਹੜੇ ਰੋਲ ਨੰਬਰ ਹੀ ਨਹੀਂ ਦਿੱਤੇ ਗਏ, ਰੋਲ ਨੰਬਰ ਹੀ ਨਹੀਂ ਮਿਲ ਰਹੇ। ਵਿਜੇ ਸੰਪਲਾ ਨੇ ਪੰਜਾਬ ਸਰਕਾਰ ਨੂੰ 1 2 4 ਨਹੀਂ ਦਰਜਨਾਂ ਚਿੱਠੀਆਂ ਲਿਖੀਆਂ, ਉਹ ਜਵਾਬ ਹੀ ਨਹੀਂ ਦਿੰਦੀ ਪੰਜਾਬ ਸਰਕਾਰ। ਹੁਣ ਉਹਨਾਂ ਨੇ ਪੰਜਾਬ ਦੀ ਜਿਹੜੀ ਮੁੱਖ ਸਕੱਤਰ ਹੈ ਵਿਨੀ ਮਹਾਜਨ, ਉਹਨੂੰ ਪਰਸਨਲੀ ਤਲਬ ਕਰ ਲਿਆ ਕਿ ਨਿੱਜੀ ਤੌਰ ਤੇ ਆਪਦਾ ਜਿਹੜਾ ਰਿਕਾਰਡ ਫਾਈਲਾਂ ਲੈ ਕੇ ਮੇਰੇ ਦਫ਼ਤਰ 'ਚ 17 ਜੂਨ ਨੂੰ ਪੇਸ਼ ਹੋ। ਇਹ ਵੀ ਰਾਜਨੀਤੀ ਲੱਗਦੀ ਹੈ ਕਿ ਦਲਤਾਂ ਨਾਲ ਕੋਈ ਹੈ ਜੀ ਤੇ ਇਹਨਾਂ ਦਾ ਕੋਈ ਹੇਜ? ਹਾਂਜੀ ਇੱਕ ਸਿੱਧੀ ਰਾਜਨੀਤੀ ਹੈ ਕਿਉਂਕਿ ਕੇਂਦਰ ਜਿਹੜੀ ਨੇ ਕਦਮ ਖਾਧੀ ਹੋਈ ਹੈ ਕਿ ਜਿਹੜਾ ਵੀ ਪੁਆਇੰਟ ਮਿਲੇ ਪੰਜਾਬ ਦੀ ਕਾਂਗਰਸ ਦੀ ਸਰਕਾਰ ਨੂੰ ਬਦਨਾਮ ਕਰਨਾ ਹੀ ਕਰਨਾ ਜੋ ਮਰਜ਼ੀ ਹੋ ਜਾਏ। ਠੀਕ ਹੈ ਜੀ। ਮੈਂ ਇਹ ਹੱਕ ਚ ਨਹੀਂ ਕਿ ਦਰਕਾਰ ਦੇ ਲਈ ਜੇ ਪੈਸਾ ਆਉਂਦਾ ਤਾਂ ਸਰਕਾਰਾਂ ਆਪਣੇ ਹੋਰ ਕੰਮਾਂ ਤੇ ਲਾ ਕੇ ਸਾਰੇ ਲੋਕ ਉਹਨਾਂ ਦਾ ਰਾਈਟ ਹੈ ਉਹਨਾਂ ਨੂੰ ਮਿਲਣਾ ਚਾਹੀਦਾ। ਤੇ ਇਹ ਤਾਂ ਸਗੋਂ ਵਿਧੀ ਮਹਾਜਨ ਨੂੰ ਜਿਹੜਾ ਤਲਬੀ ਕੀਤਾ ਮੈਂ ਕਹਿੰਦਾ ਇਹਨਾਂ ਨੂੰ ਜੇਲ੍ਹ ਸੁੱਟਣਾ ਚਾਹੀਦਾ ਜਿਹੜੇ ਬੰਦਿਆਂ ਨੇ ਇੰਨੀ ਕਰਪਸ਼ਨ ਦੀ ਕੀਤੀ ਸਾਬਤ ਹੋ ਜਾਂਦੀ। ਸੋਚੋ ਨਾ ਇਹ ਕਰੋ ਬੱਚੇ ਜਿਹੜੇ ਵਿਚਾਰੇ ਇਸ ਸਮਾਧੀ ਪ੍ਰਾਣ ਕਿਉਂ ਭਰਾ ਸਕਣ। ਜੇ ਉਹ ਜੀਵਨ ਥੋੜਾ ਬਹੁਤਾ ਦਿੱਤਾ ਜਾਂਦਾ ਹੈ ਤਾਂ ਉਹ ਇਦਾਂ ਖਾ ਪੀ ਸਕਦੇ ਆ। ਇੱਥੇ ਬੀਜੇਪੀ ਦੀ ਸਰਕਾਰ ਹੁੰਦੀ ਕਿਸੇ ਨੇ ਪੁੱਛਿਆ ਨਹੀਂ ਸੀ। ਬਿਲਕੁਲ। ਤੇ ਬੜਾ ਅਕਾਲੀਆਂ ਵੇਲੇ ਰੌਲਾ ਪੈਂਦਾ ਰਿਹਾ ਨਾ ਕਿ ਜੋ ਅੱਜ ਤੱਕ ਨਹੀਂ ਜਵਾਬ ਦਿੱਤਾ ਕੋਈ ਪੈਸਾ ਕਿੱਥੇ। ਦੇਖੋ ਉਦੋਂ ਭਾਜਪਾ ਦੇ ਨਾਲ ਲੜੇ ਹੋਏ ਸੀ ਉਦੋਂ ਕਿਸੇ ਨੇ ਨੋਟਿਸ ਨਹੀਂ ਭੇਜਿਆ। ਤੇ ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਇਹ ਝਗੜਨਬਾਜ਼ੀਆਂ ਆ ਇਹ ਸਾਰਾ ਕੁਛ ਹੀ ਇੱਕ ਰਾਜਨੀਤੀ ਦਾ ਹਿੱਸਾ ਆ। ਔਰ ਲੋਕਾਂ ਨੂੰ ਸਿਆਣੇ ਬਣਨਾ ਚਾਹੀਦਾ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਆਪਣੇ ਰਾਈਟ ਕਿਵੇਂ ਲੈਣੇ ਆ, ਉਹਦੇ ਲਈ ਕਿੱਦਾਂ ਸੰਘਰਸ਼ ਕਰਨਾ। ਅੱਜ ਉਹਨਾਂ ਦੇ ਭਰਾ ਜਿਹੜੇ ਆ ਬਾਜ਼ਾਂ ਤੇ ਬੈਠੇ ਹੋਏ ਇਹੀ ਸਿੱਖਿਆ ਦੇ ਰਹੇ ਆ। ਇੱਕ ਮਤਲਬ ਬਹੁਤ ਵੱਡਾ ਇਹ ਅੰਦੋਲਨ ਜਿਹੜਾ ਨਾ ਉਹ ਲੋਕਾਂ ਨੂੰ ਸਿੱਖਿਆ ਵੀ ਦੇ ਰਿਹਾ, ਪ੍ਰੇਰਨਾ ਵੀ ਦੇ ਰਿਹਾ ਵੀ ਕਿੱਦਾਂ ਅਸੀਂ ਸੰਘਰਸ਼ ਕਰਦੇ। ਠੀਕ ਹੈ ਜੀ। ਕਿਸਾਨੀ ਅੰਦੋਲਨ ਦੀ ਗੱਲ ਕਰਦੇ ਭੱਟੀ ਸਾਹਿਬ, ਮੌਸਮ ਨੇ ਤਾਂ ਫੇਰ ਦੁਬਾਰਾ ਕਹਿਰ ਵਿਖਾਇਆ ਜੀ। ਇੱਥੇ ਬੜਾ ਮਾਹੌਲ ਇਸ ਤਰੀਕੇ ਦਾ ਬਣਿਆ ਹੋਇਆ, ਕਿਸਾਨ ਜਿਹੜੇ ਆ ਉਹਨਾਂ ਦੇ ਤੰਬੂ ਟੁੱਟ ਗਏ ਦੁਬਾਰਾ, ਚਾਰੇ ਪਾਸੇ ਪਾਣੀ ਪਾਣੀ ਹੋ ਗਿਆ, ਉਹਨਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾਂਦੀ ਹੈ। ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ। ਪਰ ਇਹਦੇ ਬਾਵਜੂਦ ਵੀ ਕਿਸਾਨਾਂ ਨੇ ਆਪਣੇ ਸਾਰੇ ਪ੍ਰੋਗਰਾਮ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਉਹਨਾਂ ਨੂੰ ਵੱਡੇ ਪੱਧਰ ਤੇ ਲਾਗੂ ਕਰਨ ਦੇ ਲਈ ਅਨਾਉਂਸਮੈਂਟ ਕਰ ਦਿੱਤੀ ਹੈ। ਕੀ ਹੈ ਜੀ ਉਹ ਪ੍ਰੋਗਰਾਮ? ਤੂਫਾਨ ਦੀ ਗੱਲ ਹੈ, ਬੜੀ ਦੁਖਦਾਇਕ ਖਬਰ ਹੈ ਇਹ। ਇੰਨੀ ਵੱਡੀ ਪੱਧਰ ਤੇ ਤੂਫਾਨ ਆਇਆ, ਮੇਰਾ ਖਿਆਲ ਤੀਸਰੀ ਵਾਰ ਆਇਆ ਤੂਫਾਨ ਹੈ। ਤੇ ਉਹਦੇ ਵਿੱਚ ਇਹੋ ਜਿਹੀ ਹਾਲਾਤ ਕਈ ਹਫ਼ਤੇ ਬਣੇ ਕਿ ਤੰਬੂ ਜਿਹੜੇ ਹੈਗੇ ਲਾਏ ਸੀ ਉਹ ਇਸ ਤਰ੍ਹਾਂ ਪੁੱਟ ਕੇ ਪਾਸੇ ਮਾਰੇ ਕਿ ਉਹਨਾਂ ਨੂੰ ਪਤਾ ਲੱਗਾ ਕਿੱਧਰ ਲੈ ਗਏ। ਔਰ ਇਸੇ ਤਰ੍ਹਾਂ ਹੀ ਇੱਕ ਹੋਰ ਫੈਕਟਰੀ ਸੀ ਜਿਸ ਨਾਲ ਬਹੁਤ ਮਜ਼ਬੂਤ ਜਿਹੜਾ ਹੈਗਾ ਸੀ
ਔਰ ਉਹ ਲੋਕ ਜਿਹੜੇ ਮਾਰੇ ਗਏ ਇੱਥੋਂ ਤੱਕ ਆਇਆ ਕਿ ਇੱਕ ਝੁੱਗੀ ਦੇ ਵਿੱਚ ਰਹਿੰਦਾ ਪਰਿਵਾਰ ਉਹਦੇ ਉੱਤੇ ਮਤਲਬ ਗੁਆਂਢੀ ਜਿਹਦੇ ਨਾਲ ਨੇ ਆਸਰਾ ਲਿਆ ਸੀ ਉਹ ਕੰਧ ਲੱਗੀ ਉਹ ਸਾਰੇ ਮਾਰੇ। ਦੂਸਰੇ ਬਹਾਦਰਗੜ੍ਹ ਦੀ ਗੱਲ ਹੈ ਇੱਕ ਟੈਂਕਰ ਖੜਾ ਸੀ ਉਹ ਬੰਦੇ ਨੇ ਇੱਕ ਨੇ ਉਹਦਾ ਟੈਂਕਰ ਦਾ ਆਸਰਾ ਲੈ ਲਿਆ ਕਿ ਚਲੋ ਮੈਂ ਜੇ ਉਹਦੇ ਖੜ ਜਾਂਦਾ ਹਵਾ ਜਿਹੜੀ ਤੂਫਾਨ ਤੇਜ਼ ਸੀ ਉਹ ਟੈਂਕਰ ਹੀ ਚੁੱਕ ਕੇ ਤੂਫਾਨ ਨੇ ਉਠਾ ਦਿੱਤਾ ਤਾਂ ਬੰਦਾ ਹੀ ਨਾ ਕੇ ਮਾਰ ਗਿਆ। ਤੁਸੀਂ ਦੱਸੋ ਕਿੰਨਾ ਭਿਅੰਕਰ ਹੋਊ ਬਹੁਤ ਭਿਅੰਕਰ ਔਰ ਕਿਵੇਂ ਮਤਲਬ ਉਹ ਬਾਰਡਰਾਂ ਦੇ ਉੱਤੇ ਕਿੱਦਾਂ ਦੀ ਹਾਲਤ ਬਣੀ ਹੋਊਗੀ ਔਰ ਉਹ ਬੜਾ ਕਸ਼ਟਦਾਇਕ ਗੱਲ ਹੈ। ਔਰ ਇਹਦੇ ਵਿੱਚ ਵੀ ਕਿਸਾਨਾਂ ਨੇ ਆਪਣੀ ਰਣਨੀਤੀ ਆਪਣੀ ਪਲੈਨਿੰਗ ਆਪਣਾ ਅਗਲਾ ਪ੍ਰੋਗਰਾਮ ਮਿਸ ਨਹੀਂ ਕੀਤਾ। ਉਹਨਾਂ ਨੇ ਕੱਲ੍ਹ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਅਗਲੀ ਯੋਜਨਾ ਬਣਾਈ ਆ ਕਿ ਅਸੀਂ ਕਿਸ ਢੰਗ ਦੇ ਨਾਲ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਤੇ ਸਰਕਾਰ ਜਿਹੜੀ ਹੈਗੀ ਇਹਦੀ ਨੀਂਦ ਆਰਾਮ ਕਰਨੀ। ਔਰ ਉਹਦੇ ਵਿੱਚ ਉਹਨਾਂ ਨੇ ਮਤਲਬ ਇੱਕ ਤਾਂ ਮੈਂ ਉਹ ਦੱਸੂਗਾ ਕੀ ਉਹਨਾਂ ਦਾ ਪ੍ਰੋਗਰਾਮ ਬਣਾਇਆ ਉਹਦੇ ਵਿੱਚ ਉਹਨਾਂ ਨੇ ਇਹ ਮਤਲਬ 14 ਜੂਨ ਦਾ ਜਿਹੜਾ ਪ੍ਰੋਗਰਾਮ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਿਹਾੜੇ ਦੇ ਉੱਤੇ ਮਨਾਉਣਾ ਔਰ ਫਿਰ 24 ਨੂੰ ਸੰਤ ਕਬੀਰ ਦਾ ਦਿਨ ਮਨਾਉਣਾ ਉੱਥੇ ਆਪਣੇ ਬਾਰਡਰ ਦੇ ਉੱਤੇ ਤੇ ਫਿਰ ਅਗਲਾ ਹੈਗਾ 26 ਤਰੀਕ ਦਾ ਜਦੋਂ 7 ਮਹੀਨੇ ਹੋ ਜਾਏ 26 ਤਰੀਕ ਦੇ ਵਿੱਚ ਉਹਨਾਂ ਨੇ ਜਿਹੜਾ ਪ੍ਰੋਗਰਾਮ ਲਿਖਿਆ ਉਹਦੇ ਚ ਉਹਨਾਂ ਕਿਹਾ ਕਿ ਸਾਡੇ ਦੇਸ਼ ਵਿੱਚ ਆਹ ਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਇਹ ਕਿਸੇ ਨੂੰ ਬੋਲਣ ਨਹੀਂ ਦੇਣਾ ਚਾਹੁੰਦੇ ਇਹ ਕੋਈ ਆਪਣਾ ਵਿਰੋਧ ਨਹੀਂ ਸਹਿਣ ਕਰਦੇ ਤਾਨਾਸ਼ਾਹ ਜਿਹੜਾ ਹੈਗਾ ਇਹਨੂੰ ਮਤਲਬ ਸਬਕ ਸਿਖਾਉਣ ਦੇ ਲਈ ਸਾਰੇ ਲੋਕਾਂ ਨੂੰ ਉਹਨਾਂ ਅਪੀਲ ਕੀਤੀ ਹੈ ਕਿ ਸਾਡੇ ਸੰਘਰਸ਼ ਦੇ ਵਿੱਚ ਆਓ। ਪਹਿਲਾ ਕੰਮ ਤਾਂ ਇਹ ਹੈ ਕਿ ਜਿੰਨੇ ਟੋਲ ਪਲਾਜ਼ੇ ਆ ਉਹਦੇ ਜਿਹਨਾਂ ਦੀ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਦੇ ਨਾਲ ਉਹ ਚਾਲੂ ਕਰਾਇਆ ਜਾਏ। ਕਿਸਾਨਾਂ ਨੇ ਕਿਹਾ ਕਿ ਉੱਥੇ ਇੰਨੀ ਮਜ਼ਬੂਤ ਮਤਲਬ ਕਰ ਦਿਓ ਸਾਰਾ ਕੁਛ ਕਿ ਉਹ ਟੋਲ ਪਲਾਜ਼ੇ ਜਿਹੜੇ ਹੈਗੇ ਆ ਉਹ ਇਹ ਲੜਾਈ ਨਹੀਂ ਕਰ ਸਕਣਗੇ। ਇੱਕ ਤਾਂ ਇਹਦਾ ਕਰ ਦਿੱਤਾ। ਦੂਸਰਾ ਉਹਨਾਂ ਨੇ ਇਹ ਗੱਲ ਕਹੀ ਆ ਕਿ 26 ਤਰੀਕ ਨੂੰ ਹੀ ਮਤਲਬ ਸਾਰੇ ਭਾਰਤ ਦੇ ਵਿੱਚ ਜਿੰਨੇ ਰਾਜ ਭਵਨ ਆ ਉਹਨਾਂ ਨੂੰ ਘੇਰਾ ਪਾਇਆ ਜਾਊਗਾ ਤੇ ਉੱਥੇ ਜ਼ਬਰਦਸਤ ਪ੍ਰੋਟੈਸਟ ਕੀਤੇ ਜਾਣਗੇ ਤੇ ਸਾਡੀਆਂ ਮੰਗਾਂ ਬਣੋ ਔਰ ਜਿਹੜਾ ਲੋਕਾਂ ਤੋਂ ਤੁਸੀਂ ਜ਼ਬਰ ਨਿਆਂ ਕਰਕੇ ਉਹਨਾਂ ਦਾ ਮੂੰਹ ਬੰਦ ਕਰਨ ਦੀਆਂ ਸਕੀਮਾਂ ਲੈ ਕੇ ਆਉਂਦੇ ਆ ਇਹਦਾ ਅਸੀਂ ਕੱਟੜ ਵਿਰੋਧ ਕਰਦੇ। ਇੱਕ ਉਹਦੇ ਵਿੱਚ ਸਪੈਸ਼ਲੀ ਉਹਨਾਂ ਨੇ ਕਿਹਾ ਵੀ ਇਹ ਟਰੈਕਟਰ ਟੂ ਟਵਿਟਰ ਦਾ ਜਿਹੜਾ ਇੱਕ ਮਤਲਬ ਪ੍ਰੋਗਰਾਮ ਆਨਲਾਈਨ ਚੱਲਦਾ ਸੀ ਸੋਸ਼ਲ ਮੀਡੀਆ ਤੇ ਉਹਦੇ ਨਾਲ ਸੰਬੰਧਿਤ 2 ਨੌਜਵਾਨਾਂ ਦੇ ਉੱਤੇ ਇਹਨਾਂ ਨੇ ਮਾਮਲੇ ਦਰਜ ਕੀਤੇ ਆ। ਉਹਨਾਂ ਜਵਾਬ ਨਹੀਂ ਦਿੱਤੀ ਹੈ ਕਿ ਉਹਨਾਂ ਦੇ ਨਾਲ ਹੈ ਔਰ ਇਹ ਮਾਮਲੇ ਵਾਪਸ ਲੈ ਲਓ ਬਿਨਾਂ ਕਾਗਜ਼ ਤੋਂ ਤੁਸੀਂ ਇਹ ਕੁਛ ਕਰ ਰਹੇ ਹੋ ਸ਼ਾਇਦ ਨਹੀਂ ਕੀਤੇ ਜਾ। ਇਸੇ ਤਰ੍ਹਾਂ ਹੀ ਇੱਕ ਮਤਲਬ ਗੀਤਕਾਰ ਹੈ ਉਹਦਾ ਨਾਮ ਕੀ ਸੀ ਉਹ ਉਹ ਵੀ ਕਿਸਾਨਾਂ ਦੇ ਹੱਕ ਚ ਬੋਲਿਆ ਜੀ ਤੇ ਉਹਦੇ ਟਵਿੱਟਰ ਅਕਾਊਂਟ ਵੀ ਜਿਹੜਾ ਵਾ ਬੰਦ ਕਰਵਾਤਾ ਸਰਕਾਰ ਨੇ ਉਹ ਤੇ ਮੁਕੱਦਮਾ ਦਰਜ ਵੀ ਕਰ ਰਿਹਾ। ਹਾਂਜੀ ਤੇ ਇਸ ਕਿਸਮ ਦਾ ਇਹਨਾਂ ਦਾ ਪ੍ਰੋਗਰਾਮ ਜਿਹੜਾ ਹੈਗਾ ਸਾਰਾ ਡਿਟੇਲ ਉਹਨਾਂ ਨੇ ਦੱਸਿਆ ਔਰ ਉਹਦੇ ਲਈ ਤਿਆਰੀਆਂ ਕਰ ਰਹੇ। ਠੀਕ ਹੈ ਪੱਟੀ ਸਾਹਿਬ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹੁਣ ਮੈਂ ਕੋਵਿਡ ਬਾਰੇ ਚਾਹੁੰਦਾ ਸੀਗਾ ਕਿ ਕੋਈ ਗੱਲ ਕੀਤੀ ਜਾਵੇ। ਕੋਵਿਡ ਵਿੱਚ ਇੱਕੋ ਦਿਨ ਵਿੱਚ ਬੜੇ ਜਿਹੜੀ ਮੌਤਾਂ ਦੀ ਗਿਣਤੀ ਔਰ ਕੇਸਾਂ ਦੀ ਗਿਣਤੀ ਯਕਦਮ ਬਾਹਰ ਆਈ ਬਹੁਤ ਜ਼ਿਆਦਾ ਵੱਧ ਗਈ। ਚਿੰਤਾ ਵਾਲੀ ਹਾਲਤ ਤਾਂ ਬਣ ਜਾਂਦੀ। ਅਸੀਂ ਇੱਕ ਅੱਧਾ ਦਿਨ ਹੀ ਸੁੱਖ ਦੀ ਖਬਰ ਸੁਣਦੇ ਆ ਦੂਜੇ ਤੀਜੇ ਦਿਨ ਮੁੜ ਕੇ ਹਾਲਾਤ ਪਹਿਲਾਂ ਵਰਗੇ ਹੋਣ ਲੱਗ ਪੈਂਦੇ ਆ। ਪਰ ਇੱਕ ਦੋ ਖਬਰਾਂ ਇਸ ਤਰੀਕੇ ਦੀਆਂ ਜ਼ਰੂਰ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਜੀ। ਜਦੋਂ ਕੁੰਭ ਦਾ ਮੇਲਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਸੀਗੀ ਕਿ ਜਿਹੜੀ ਛੱਤੀਸਗੜ੍ਹ ਸਰਕਾਰ ਹੈ ਉਹ ਕਹਿੰਦੀ ਸੀ ਕਿ ਉੱਤਰਾਖੰਡ ਸਰਕਾਰ ਜਿਹੜੀ ਹੈ ਉਹ ਇਹ ਕਹਿੰਦੀ ਸੀ ਕਿ ਇੱਥੇ ਕਰੋਨਾ ਤਾਂ ਆ ਹੀ ਨਹੀਂ ਸਕਦਾ, ਗੰਗਾ ਮਈਆ ਸਾਡੇ ਤੇ ਬੜੀ ਮਿਹਰਬਾਨ ਹੈਗੀ ਹੈ। ਫਿਰ ਉੱਥੇ ਜਿਹੜੇ ਮਹੰਤ ਜਿਹੜੇ ਸੀਗੇ ਵੱਖਰੇ ਵੱਖਰੇ ਅਖਾੜਿਆਂ ਦੇ ਉਹਨਾਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ। ਫਿਰ ਨਾਗੇ ਸਾਧੂ ਜਿਹੜੇ ਸਰੀਰ ਦੇ ਉੱਤੇ ਕੋਈ ਕੱਪੜਾ ਨਹੀਂ ਪਾਉਂਦੇ, ਕੋਈ ਕੱਪੜਾ ਉਹ ਕਹਿੰਦੇ ਸਾਡੇ ਧਰਮ ਦੇ ਵਿੱਚ ਪਾਉਣ ਦੀ ਇਜਾਜ਼ਤ ਨਹੀਂ ਹੈ, ਤੇ ਉਹਨਾਂ ਨੇ ਮਾਸਕ ਪਾ ਕੇ ਉਹ ਇਸ਼ਨਾਨ ਕੀਤਾ। ਹੁਣ ਉੱਥੋਂ ਇੱਕ ਬੜੀ ਖਬਰ ਜਿਹੜੀ ਆ ਉਹ ਚਿੰਤਾ ਵਾਲੀ ਵੀ ਹੈ ਤੇ ਹੈਰਾਨੀ ਵਾਲੀ ਵੀ ਸਾਹਮਣੇ ਆਈ ਹੈ। ਉਦੋਂ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਲੋਕਾਂ ਨੂੰ ਹੀ ਗੰਗਾ ਇਸ਼ਨਾਨ ਕਰਨ ਦੀ ਇਜਾਜ਼ਤ ਦਿੰਦੇ ਪਏ ਆ ਜਿਨ੍ਹਾਂ ਦਾ ਕੋਵਿਡ ਟੈਸਟ ਹੋ ਚੁੱਕਾ ਤੇ ਨੈਗੇਟਿਵ ਰਿਪੋਰਟਾਂ। ਪੰਜਾਬ ਦੇ ਵਿੱਚ ਕੁਝ ਲੋਕਾਂ ਨੂੰ ਜੀ ਟੈਕਸਟ ਮੈਸੇਜ ਆਏ ਉਹਨਾਂ ਦੇ ਫੋਨ ਦੇ ਉੱਤੇ
ਕਿ ਤੁਹਾਡਾ ਜਿਹੜਾ ਟੈਸਟ ਉਦੋਂ ਕੀਤਾ ਗਿਆ ਸੀਗਾ ਉਹ ਭਾਵੇਂ ਨੈਗੇਟਿਵ ਰਿਪੋਰਟ ਤੁਹਾਨੂੰ ਗਲਤੀ ਨਾਲ ਭੇਜਤੀ ਗਈ, ਅਸਲ ਤੁਸੀਂ ਪੋਜ਼ਿਟਿਵ ਆ। ਉਹ ਬੰਦੇ ਕਹਿੰਦੇ ਅਸੀਂ ਤਾਂ ਗਏ ਹੀ ਨਹੀਂ ਉੱਥੇ, ਵੈਸੇ ਸਾਨੂੰ ਤਾਂ ਕੁੰਭ ਦੇ ਜਿਹੜਾ ਹੈਗਾ ਸੀਗਾ ਮੇਲੇ ਨਾਲ ਸਾਡਾ ਕੋਈ ਸਰੋਕਾਰ ਹੀ ਨਹੀਂ, ਅਸੀਂ ਤਾਂ ਉਧਰ ਨੂੰ ਮੂੰਹ ਹੀ ਨਹੀਂ ਕੀਤਾ ਤੇ ਅਸੀਂ ਤਾਂ ਕੋਈ ਟੈਸਟ ਸਾਡਾ ਹੋਇਆ ਹੀ ਨਹੀਂ। ਇਹ ਸਾਰਾ ਕੁਝ ਤੁਹਾਨੂੰ ਕੀ ਲੱਗਦਾ ਜੀ? ਮੋਬਾਈਲ ਮੈਸੇਜ ਧੜਾ ਧੜ ਲੋਕਾਂ ਨੂੰ ਆ ਰਹੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਇਹ ਸਰਕਾਰ ਦਾ ਪਾਜ ਦਾ ਸਿਸਟਮ ਦਾ ਪਾਜ ਨਹੀਂ ਉਗੜ ਰਿਹਾ? ਹਾਂਜੀ ਦੇਖੋ, ਜਿਹੜੇ ਕੱਲ ਬਿਹਾਰ ਦੀ ਦੁਬਾਰਾ ਰਿਪੋਰਟ ਹੈ ਜੀ ਇੱਥੇ ਮੌਤਾਂ ਦੀ ਗਿਣਤੀ ਵੱਧ ਗਈ, ਹਾਂਜੀ, ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਵੀ ਗੱਲ ਚੱਲੀ, ਅਸਲ ਚ ਗੱਲ ਕੀ ਹੋਈ? ਅਸਲ ਚ ਹੋਇਆ ਕਿ ਇਹਨਾਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਮਤਲਬ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਨੂੰ ਛੁਪਾਇਆ ਗਿਆ ਸੀ। ਹਾਂਜੀ, ਪਰ ਉਹਨਾਂ ਦੇ ਦੁਆਰ ਮਾਰੇ ਗਏ ਮੰਨਦੇ ਹੀ ਇਹ ਕਹਿੰਦੇ ਜੀ ਮੇਰੇ ਟੈਸਟ ਰਿਪੋਰਟ ਦਿਖਾਓ। ਹਾਂਜੀ, ਹੁਣ ਜਿਹੜੇ ਜਿੱਥੇ ਕੋਈ ਡਾਕਟਰ ਨਹੀਂ, ਜਿੱਥੇ ਕਿਸੇ ਦਾ ਕੋਈ ਇਲਾਜ ਨਹੀਂ ਹੋਇਆ, ਉਹ ਟੈਸਟ ਰਿਪੋਰਟ ਕੌਣ ਕਿੱਦਾਂ ਕਰਾਉਂਦਾ? ਉਹ ਸੁਪਰੀਮ ਕੋਰਟ ਨੇ ਇੱਕ ਸੈਕਸ਼ਨ ਦੇ ਦਿੱਤੀ ਵੀ ਜਿੰਨੇ ਕੋਵਿਡ ਦੇ ਵਿੱਚ ਮਾਰੇ ਗਏ ਲੋਕ ਆ ਤੇ ਉਹਨਾਂ ਦੇ ਘਰ ਬੱਚੇ ਆ ਯਤੀਮ ਹੋ ਚੁੱਕੇ, ਉਹਨਾਂ ਬਾਰੇ ਠੋਸ ਪਾਲਿਸੀ ਦੱਸੋ ਕਿ ਤੁਸੀਂ ਕੀ ਕੀਤਾ, ਉਹਨਾਂ ਨੂੰ ਕੀ ਸਹਾਇਤਾ ਦਿੱਤੀ। ਠੀਕ ਹੈ। ਇਹ ਜਿਹੜੀ ਸਹਾਇਤਾ ਦੀ ਜਦੋਂ ਗੱਲ ਚੱਲੀ ਆ ਤਾਂ ਲੋਕ ਇਹਨਾਂ ਦੇ ਮਗਰ ਹੋ ਗਏ ਕਿ ਜਿਹੜੇ ਸਾਡੇ ਬੰਦੇ ਮਰੇ ਪਹਿਲੋਂ ਦਰਜ ਕਰੋ ਰਿਪੋਰਟਾਂ ਦੇ ਵਿੱਚ। ਹੁਣ ਉਹ ਰੋਜ਼ ਇਹਨਾਂ ਉਹਦੇ ਉੱਤਰ ਪ੍ਰਦੇਸ਼ ਵੀ ਹੋ ਰਿਹਾ। ਹੁਣ ਕੀ ਹੈ ਇਹ ਦਰਜ ਨਹੀਂ ਕਰਦੇ ਤਾਂ ਇਸ ਤਰ੍ਹਾਂ ਦਾ ਸਿਆਪਾ ਹੋ ਸਕਦਾ ਹੁੰਦਾ। ਜੇ ਦਰਜ ਕਰਦੇ ਆ ਤੇ ਇਹ ਝੂਠੇ ਪੈ ਜਾਂਦੇ ਆ। ਸਾਰੀ ਦੁਨੀਆ ਦੇ ਵਿੱਚ ਜਦੋਂ ਕੁਛ ਇਹਨਾਂ ਪ੍ਰੋਜੈਕਟ ਕੀਤਾ ਉਹਦੀ ਗਿਣਤੀ ਜਿਹੜੀ ਹੈ ਕਈ ਗੁਣਾ ਵੱਧ ਆ ਗਈ। ਇਸੇ ਤਰ੍ਹਾਂ ਹੀ ਕੁੰਭ ਦੇ ਮੇਲੇ ਦੇ ਵਿੱਚ ਇਹਨਾਂ ਨੇ ਝੂਠ ਬੋਲਿਆ। ਹਾਂਜੀ, ਬੇਈਮਾਨੀ ਨਾਲ ਇਹਨਾਂ ਨੇ ਰਿਪੋਰਟਾਂ ਤਿਆਰ ਕੀਤੀਆਂ। ਇਹਦਾ ਸਿੱਟਾ ਕਿ ਜਿਹੜਾ ਨੰਬਰ ਕਿਤੇ ਹੱਥ ਆ ਗਿਆ, ਕਿਸੇ ਲਿਸਟਾਂ ਲੈ ਲਈਆਂ, ਉਹਦੇ ਚੋਂ ਉਹਦਾ ਹੀ ਨਾ ਜਾਣ ਦਿੱਤਾ ਕਿ ਇਹਦਾ ਟੈਸਟ ਹੋਇਆ, ਇਹ ਨੈਗੇਟਿਵ ਹੋਇਆ ਜੀ। ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ, ਉਹ ਕੀ ਕਰਦੇ ਆ ਅੰਡੇ ਵਾਈ, ਮਤਲਬ ਜਿਹੜਾ ਕਿ ਮੈਂ ਦੇਖਿਆ ਸੀ ਉਹਨਾਂ ਨੂੰ ਲੈ ਚੱਲੀਏ ਜਿਹੜਾ ਕੰਪਿਊਟਰ ਸਿਸਟਮ ਉਹਦੇ ਵਿੱਚ ਤਾਂ ਉਹਨਾਂ ਨੂੰ ਚਾਹੀਦਾ ਵੀ ਤੁਸੀਂ ਨੈਗੇਟਿਵ ਜਾਂ ਪੋਜ਼ਿਟਿਵ ਨਾਲ ਇਹ ਦੱਸੋ ਕਿ ਕਿੰਨੀ ਦੇਰ ਹੋ ਗਈ ਕੰਮ ਕਰਦੇ ਨੂੰ। ਹਾਂਜੀ, ਹਾਂਜੀ, ਇਹ ਅਜੇ ਤੱਕ ਟੈਸਟ ਕਰੀ ਜਾ ਰਹੇ ਜੀ। ਜਿਹੜਾ ਰਿਜ਼ਲਟ ਆ ਉਹ ਮਤਲਬ 6 ਮਹੀਨੇ ਬਾਅਦ ਆਉਣਾ। ਇਹ ਵੀ ਸਾਰਾ ਫਰਾਡ। ਇਹ ਜਿਹੜਾ ਫਰਾਡ ਸਿਸਟਮ ਹੈ ਤੇ ਫਰਾਡ ਸਰਕਾਰ ਹੈ, ਇਹਦੇ ਕੀਤੇ ਹੋਏ ਕੰਮਾਂ ਨੂੰ ਜਿਸ ਵੇਲੇ ਉਸ ਨਜ਼ਰ ਦੇ ਨਾਲ ਸੁਪਰੀਮ ਕੋਰਟ ਦੇ ਪਹਿਲੇ ਵਾਲੀ ਕਹਾਣੀ ਹੁੰਦੀ ਤਾਂ ਉਹ ਹੋ ਗਿਆ ਸੀ ਸਭ ਕੁਛ ਜੋ ਹੈਗਾ ਠੀਕ ਹੈ। ਜੇ ਕੋਈ ਸਵਾਲ ਖੜੇ ਕੀਤੇ ਹੈ ਉਹ ਸਾਰਾ ਰਿਕਾਰਡ ਪੇਸ਼ ਕਰਦਾ, ਹੁਣ ਉਹ ਸਾਰਾ ਕੁਝ ਜਿਹੜਾ ਸਾਹਮਣੇ ਆ ਰਿਹਾ। ਇਸ ਕਰਕੇ ਇਹ ਜੋ ਕੁਝ ਵੀ ਅਜੇ ਤਾਂ ਮਤਲਬ ਮੈਂ ਸਮਝਦਾ ਹਾਂ ਕਿ ਅਜੇ 10% ਅਸਲੀਅਤ ਸਾਹਮਣੇ ਆਈ ਹੈ, 90% ਅਜੇ ਵੀ ਗੈਰ ਹੈ। ਜਿਹੜੀਆਂ ਸਰਕਾਰਾਂ ਏਡੀ ਵੱਡੀ ਪੱਧਰ ਉੱਤੇ ਆਪਾਂ ਰੁਪਈਆ ਹਾਜ਼ਰ ਕਰੀ ਜਾ ਰਹੀਆਂ, ਉਹ ਝੂਠ ਬੋਲੀ ਜਾ ਰਹੀਆਂ, ਲੋਕਾਂ ਨੂੰ ਦਿੰਦੀਆਂ ਕੱਖ ਨਹੀਂ, ਦਵਾਈਆਂ ਤੱਕ ਨਹੀਂ, ਸਾਰੇ ਸਿਸਟਮ ਦਾ ਜਲੂਸ ਨਿਕਲ ਗਿਆ, ਉਹਨਾਂ ਬਾਤ ਵੀ ਨਹੀਂ ਰੱਖੀ ਜਾ ਸਕਦੀ। ਠੀਕ ਹੈ। ਦੇਖੋ ਨਾ ਕੀ ਅਸਰ ਕੀ ਜਾਂਦਾ ਜੀ, ਕੀ ਇਹ ਸਾਫ ਦੇਣਗੇ ਲੋਕਾਂ ਨੂੰ। ਬਟ ਸਰ ਇੱਕ ਮੈਂ ਤੁਹਾਡੇ ਨਾਲ ਕਰੋਨਾ ਨਾਲ ਸੰਬੰਧਿਤ ਦੀ ਗੱਲ ਇੱਕ ਹੋਰ ਸ਼ੇਅਰ ਕਰਨੀ ਚਾਹੁੰਦਾ ਜੀ। ਉਹ ਹੈਗੀ ਹੈ ਕਿ ਬਹੁਤ ਸਾਰੀਆਂ ਥਾਵਾਂ ਤੋਂ ਇਹ ਰਿਪੋਰਟਾਂ ਆ ਰਹੀਆਂ ਵੱਖਰੇ ਵੱਖਰੇ ਸੂਬਿਆਂ ਤੋਂ, ਜਿਹਨਾਂ 'ਚ ਪੰਜਾਬ ਵੀ ਸ਼ਾਮਲ ਹੈ ਜੀ, ਕਿ ਵੈਕਸੀਨ ਦੀ ਦੁਰਵਰਤੋਂ ਬਹੁਤ ਹੋਈ ਹੈ, ਉਹਦੀ ਜਿਹੜੀ ਵੇਸਟੇਜ ਬਹੁਤ ਹੋਈ ਹੈ, ਜਿਨ੍ਹਾਂ ਵਿੱਚ ਸਭ ਤੋਂ ਜਿਹੜਾ ਟੌਪਰ ਸੂਬਾ ਹੈ ਉਹ ਜੀ ਛੱਤੀਸਗੜ੍ਹ ਹੈ, ਮੱਧ ਪ੍ਰਦੇਸ਼ ਦਾ ਨਾਮ ਵੀ ਹੈਗਾ, ਤੀਜੇ ਨੰਬਰ ਤੇ ਪੰਜਾਬ ਹੈ, ਔਰ ਦਿੱਲੀ ਵੀ ਆ, ਰਾਜਸਥਾਨ ਵੀ ਆ, ਉੱਤਰ ਪ੍ਰਦੇਸ਼ ਵੀ, ਗੁਜਰਾਤ ਵੀ, ਮਹਾਰਾਸ਼ਟਰ ਵੀ ਹੈ। ਇਹ ਕੀ ਨਲਾਇਕੀ ਕਹੀ ਜਾ ਸਕਦੀ? ਇੰਨੀ ਮਹਿੰਗੀ ਵੈਕਸੀਨ ਹੈ ਔਰ ਇਸ ਵੱਡੇ ਪੱਧਰ ਤੇ ਵੈਕਸੀਨ ਲਾਉਣ ਦੇ ਲਈ ਪ੍ਰਬੰਧ ਨਹੀਂ ਕੀਤੇ ਗਏ, ਸਗੋਂ ਇਹ ਖਬਰਾਂ ਬਾਹਰ ਆਉਣ ਲੱਗ ਪਈਆਂ ਕਿ ਵੈਕਸੀਨ ਦੀ ਤਾਂ ਵਰਤੋਂ ਜਿਹੜੀ ਹੈ ਦੁਰਵਰਤੋਂ ਕੀਤੀ ਗਈ ਹੈਗੀ, ਜਿਨ੍ਹਾਂ ਨੂੰ ਲੋੜ ਸੀ ਦਿੱਤੀ ਨਹੀਂ ਗਈ, ਉਂਝ ਹੀ ਸੁੱਟ ਦਿੱਤੀ ਗਈ। ਇਹ ਕੀ ਸਿਸਟਮ ਵਿੱਚ ਜਾਂ ਕਿ ਸਰਕਾਰ ਦੀ ਨਲਾਇਕੀ ਜਿਹੜੀ ਹੈਗੀ ਹੈ, ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ ਜਿਹੜਾ ਸਾਰਾ ਅੱਜ ਤੱਕ ਹੈ ਨਾ, ਇਹਨੂੰ ਲਗਵਾ ਮਾਰ ਗਿਆ। ਬਿਮਾਰ ਅੱਜ ਤੱਕ ਹੈ, ਮੈਂ ਇਹ ਸਮਝੂਗਾ ਇਹਦੇ ਵਿੱਚ ਕੋਈ ਵੀ ਚੀਜ਼ ਕਿਸੇ ਦੇ ਅੰਤਰ ਤੇ ਨਹੀਂ। ਜਿਹੜਾ ਜਿੱਥੇ ਜਾ ਲੱਗਾ ਉਹਨੇ ਇਹਦੇ ਵਿੱਚੋਂ ਪੈਸੇ ਕਾਣ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿੱਥੇ ਜਾ ਲੱਗਾ ਝੂਠੀਆਂ ਰਿਪੋਰਟਾਂ ਤਿਆਰ ਕਰਨ ਦੇ ਲਈ ਜਿਹੜੀਆਂ ਵੈਕਸੀਨ ਇਹ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ, ਔਰ ਜਿਸ ਢੰਗ ਦੇ ਨਾਲ ਵੇਸਟੇਜ ਹੋਈ ਆ ਉਹਦੇ ਧਰਤੀ ਕੋਈ ਨਹੀਂ। ਮੈਂ ਤੁਹਾਨੂੰ ਅੱਗੇ ਕੱਲ੍ਹ ਵੀ ਗੱਲ ਕੀਤੀ ਸੀ ਕਿ ਇਹੋ ਜਿਹੇ ਥਾਂ ਖੜੇ ਗਏ ਜਿਹੜੇ ਕੋਈ ਕੂੜੇ ਦੇ ਢੇਰ ਚ ਸੁੱਟੇ ਹੋਏ ਸੀ ਵੈਕਸੀਨ ਦੇ ਇੰਜੈਕਸ਼ਨ। ਮਤਲਬ ਇਹ ਚੀਜ਼ ਜਿਹੜੀ ਆ ਜਦੋਂ
ਬਿਲਕੁਲ ਬਿਲਕੁਲ ਸਭ ਦਿੱਤਾ ਹਾਂਜੀ ਹਾਂਜੀ ਇੱਥੇ ਕੀ ਆ ਇੱਥੇ ਮੇਰਾ ਖਿਆਲ ਹੈ ਉਹਨਾਂ ਨੂੰ ਬਾਤ ਕਰਨੇ ਲੈਣਗੇ ਵੀ ਜਿਹੜੇ ਨੇ ਇਹੋ ਜਿਹੇ ਕੰਮ ਕੀਤੇ ਤਾਂ ਬਹੁਤ ਚੰਗਾ ਵੀ ਤੁਸੀਂ ਕੀ ਕਰ ਸਕਮਾ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹੋ ਹੀ ਸਾਡੇ ਦੇਸ਼ ਨੂੰ ਤਬਾਹ ਕਰਨ ਵਾਲੀਆਂ ਨੇ ਤੇ ਦੇਸ਼ ਜਿਹੜਾ ਨਾ ਗਰੀਬ ਸੀ ਤੇ ਨਾ ਇਹ ਗਰੀਬ ਰਹਿ ਸਕਦਾ ਸੀ ਜੇ ਇੱਥੇ ਕੋਈ ਲੁਟੇਰੀਆਂ ਜਾਂ ਮਤਲਬ ਟਾਪੇ ਮਾਰਨ ਵਾਲੀਆਂ ਸਰਕਾਰਾਂ ਨਾ ਬਣ ਹਾਂਜੀ ਹਾਂਜੀ ਇਹ ਤਾਂ ਕੀਤਾ ਇਹਨਾਂ ਨੇ ਠੀਕ ਹੈ ਇਹ ਸਾਰੇ ਲੋਕ ਜਿਹੜੇ ਆ ਇਹ ਕ੍ਰਿਮੀਨਲ ਐਕਟ ਕਰ ਰਹੇ ਆ ਔਰ ਇਹ ਮਾਫ ਕਰਨ ਯੋਗ ਹੈ ਨਹੀਂ ਠੀਕ ਹੈ ਜੀ ਕਰੋਨਾ ਦੀ ਗੱਲ ਨੂੰ ਕੰਟੀਨਿਊ ਰੱਖਦੇ ਆ ਭੱਟੀ ਸਾਹਿਬ ਅਜੇ 에ਅਰ ਕੈਨੇਡਾ ਨੇ ਕਹਿਤਾ ਕਿ ਅਸੀਂ ਆਪਦੀਆਂ ਫਲਾਈਟਾਂ ਜਿਹੜੀਆਂ ਇੰਡੀਆ ਵਾਸਤੇ ਉਹ 31 ਜੁਲਾਈ ਤੱਕ ਨਹੀਂ ਚਲਾਉਣੀਆਂ ਲੋਕਾਂ ਨੂੰ ਉਮੀਦ ਸੀ 15 ਜੂਨ ਤੱਕ ਸ਼ਾਇਦ ਚੱਲ ਜਾਣਗੀਆਂ ਫਿਰ ਉਹ ਸੀਗਾ ਹਫ਼ਤਾ ਚਲੋ ਹੋਰ ਅੱਗੇ ਪਿੱਛੇ ਹੋ ਜਾਊਗਾ ਪਰ ਹੁਣ 에ਅਰ ਇੰਡੀਆ ਨੇ ਅਨਾਉਂਸ ਕਰਤਾ 에ਅਰ ਕੈਨੇਡਾ ਨੇ ਅਨਾਉਂਸ ਕਰਤਾ ਕਿ ਅਸੀਂ ਇੰਡੀਆ ਵਾਸਤੇ ਆਪਦੀਆਂ ਫਲਾਈਟਾਂ 31 ਜੁਲਾਈ ਤੱਕ ਨਹੀਂ ਚਲਾਉਣੀਆਂ ਇਹ ਤੋਂ ਕੀ ਲੱਗਦਾ ਜੀ ਵੀ ਇੰਡੀਆ ਦੀ ਹਾਲਤ ਠੀਕ ਨਹੀਂ ਜਾਂ ਓਵਰ ਜਿਹੜਾ ਪ੍ਰੋਟੈਕਸ਼ਨ ਲੈ ਰਿਹਾ ਕੈਨੇਡਾ ਜਾਂ 에ਅਰ ਕੈਨੇਡਾ ਇਹਦੇ ਦੋ ਕਾਰਨ ਹੋਏ ਆ ਇੱਕ ਤਾਂ ਜਿਹੜਾ ਮਤਲਬ ਨਵਾਂ ਜਿਹੜਾ ਵਾਇਰਸ ਹੈ ਨਾ ਭਾਰਤ ਦੇ ਵਿੱਚੋਂ ਨਿਕਲਿਆ ਹਾਂਜੀ ਉਹ ਤੋਂ ਸਾਰੀ ਦੁਨੀਆ ਡਰੀ ਬਹੁਤ ਹੈ ਨੰਬਰ 2 ਜਿਹੜਾ ਇੰਗਲੈਂਡ ਦੇ ਵਿੱਚ ਉਹਦਾ ਅਟੈਕ ਦੁਬਾਰਾ ਹੋਇਆ ਉਹਦੀ ਸਰਕਾਰ ਜਿਹੜੀ ਹੈਗੀ ਆ ਉਹਨੇ ਜਿੰਨੀਆਂ ਖੋਲ੍ਹਾਂ ਦਿੱਤੀਆਂ ਸੀ ਉਹਦੇ ਬਾਰੇ ਵੀ ਉਹਨੇ ਸੋਚਿਆ ਵੀ ਇਹ ਬਹੁਤ ਮੁਸ਼ਕਲ ਹੈ ਇਹ ਬਹੁਤ ਤੇਜ਼ੀ ਨਾਲ ਫੈਲ ਜਿੱਥੋਂ ਤੱਕ ਕੈਨੇਡਾ ਦਾ ਸਵਾਲ ਹੈ ਇੱਥੇ ਕੀ ਹੋਇਆ ਕਿ ਪਿਛਲੇ ਸਮੇਂ 'ਚ ਵੀ ਬਹਿਸ ਹੋਈ ਇੱਥੇ ਉਹਨਾਂ ਕਲੀਅਰ ਕਰਕੇ ਇੱਕ ਕਮੇਟੀ ਵੀ ਬਣੀ ਆ ਜਿਹੜੀ ਫੈਡਰਲ ਗਵਰਨਮੈਂਟ ਨੂੰ ਸਲਾਹ ਦਿੰਦੀ ਆ ਕਿ ਕੋਰੋਨਾ ਟਾਈਮ ਦੇ ਵਿੱਚ ਜਿਹੜੀਆਂ ਅਸੀਂ ਪਾਬੰਦੀਆਂ ਲਾਈਆਂ ਉਹਨਾਂ ਦਾ ਕਿੱਦਾਂ ਹੋਵੇ ਕੁਝ ਇੱਕ ਤਾਂ ਉਹਨਾਂ ਨੇ ਉਹ ਸਲਾਹ ਦਿੱਤੀ ਆਪਣੀ ਕਿ ਜਿਹੜੇ ਇੱਥੇ ਤੁਸੀਂ ਜਿਹੜਾ ਪਹਿਲਾਂ ਅਸੂਲ ਲਾਗੂ ਕੀਤੇ ਸੀ ਕਿ ਜਿਹੜੇ ਵੀ ਮਤਲਬ ਕੋਈ ਬਾਹਰੋਂ ਕੋਈ ਆਉਂਦਾ ਇੱਥੇ ਕੈਨੇਡਾ ਦੇ ਵਿੱਚ ਹੁਣ ਤੱਕ ਫਲਾਈਟਾਂ ਬੰਦ ਹੋ ਗਈਆਂ ਨਾ ਜੋ ਚੱਲ ਰਹੀਆਂ ਸੀ ਤੇ ਜਿਹੜੇ ਕੁਆਰੰਟਾਈਨ ਹੋਟਲ ਦੇ ਵਿੱਚ ਰਹੂਗਾ ਉੱਥੇ ਦਾ ਟੈਸਟ ਹੋਊਗਾ ਬਾਅਦ ਦੇ ਵਿੱਚ 14 ਦਿਨ ਫਿਰ ਜਿਹੜੇ ਕੋਈ ਨੈਗੇਟਿਵ ਹੋਊਗਾ ਤਾਂ ਉੱਥੇ ਰਹਿਣਾ ਪਊ ਉਹ ਕਹਿੰਦੇ ਕੋਈ ਪ੍ਰੈਕਟੀਕਲ ਨਹੀਂ ਹੈਗਾ ਉਹ ਵਾਪਸ ਲੈ ਲੈਣਾ ਚਾਹੀਦਾ ਠੀਕ ਹੈ ਦੂਸਰੀ ਗੱਲ ਜਿਹੜੀਆਂ ਫਲਾਈਟ ਚਲਾਉਣ ਵਾਲੀ ਗੱਲ ਸੀ ਉਹਨਾਂ ਨੇ ਛੱਡ ਦਿੱਤੀ ਸੀ ਕਿ ਭਾਰਤ ਦੀਆਂ ਜੋ ਕੰਡੀਸ਼ਨ ਹੈ ਉਹਦੇ ਨਾਲ ਜੋੜ ਕੇ ਹੀ ਇਹਨੂੰ ਦੇਖਿਆ ਜਾਊਗਾ ਕਿ ਜਿੰਨਾ ਚਿਰ ਤੱਕ ਉੱਥੇ ਪੂਰੀ ਤਰ੍ਹਾਂ ਸੰਧੀ ਆਪਸ਼ਨ ਮੋਟਾ ਨਹੀਂ ਹੋਣੀ ਜਿਹਦੇ ਵਿੱਚ ਪਤਾ ਲੱਗ ਜਾਏ ਕਿ ਉਹ ਕਾਬੂ ਚ ਹੈ ਕਿਉਂਕਿ ਕਦੀ ਤੁਸੀਂ ਦੇਖੋ ਨਾ ਆਪਾਂ ਦੇਖਦੇ ਕਦੀ ਉਹ ਘਟ ਗਈ ਕਦੀ ਫੇਰ ਵੱਧ ਗਈ ਉਹ ਸਾਰੀ ਜਿਹੜੀ ਆ ਮਤਲਬ ਆ ਰਹੀ ਹੈ ਸਾਰੀ ਉਹਦੇ ਦੋ ਕਾਰਨ ਹੈ ਇੱਕ ਤਾਂ ਜਿੱਥੇ ਲਾਕਡਾਊਨ ਹੁੰਦਾ ਹੈ ਉੱਥੇ ਦੁਬਾਰਾ ਫੇਰ ਸ਼ੁਰੂ ਹੁੰਦਾ ਹੈ ਆਪਾਂ ਪਹਿਲਾਂ ਵੀ ਗੱਲ ਕੀਤੀ 5-4 ਦਿਨ ਪਹਿਲਾਂ ਇਹ ਜਿਹੜਾ ਤਰੀਕਾ ਆ ਇਹਦੇ ਨਾਲ ਜਿਹੜਾ ਘਟਾ ਰਹੇ ਆ ਇਹ ਅਸਲੀਅਤ ਪਿਕਚਰ ਨਹੀਂ ਹੈ ਜਿਸ ਵੇਲੇ ਲਾਕਡਾਊਨ ਖੁੱਲਣਗੇ ਉਹਨੂੰ ਪਤਾ ਲੱਗੂਗਾ ਕਿ ਕਿੰਨਾ ਕੁ ਕੰਟਰੋਲ ਅਸੀਂ ਕੀਤਾ ਤੇ ਕੀ ਪੋਜੀਸ਼ਨ ਠੀਕ ਹੈ ਜੀ ਠੀਕ ਹੈ ਇਹ ਕੈਨੇਡਾ ਜਿਹੜੀ ਹੈਗੀ ਆ ਉਹਨੇ ਉਹ ਪਹਿਲਾਂ ਹੀ ਬਹੁਤ ਬੁਰੀ ਹਾਲਤ ਦੇ ਵਿੱਚ ਆ ਸਕਦੇ ਕਿੰਨੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਜਿਹੜਾ ਕਰ ਦਿੱਤਾ ਗਿਆ ਔਰ ਹੁਣ ਦੇਖਦੇ ਆ ਕਿ ਜੇ ਮੰਨ ਲਓ ਸਰਕਾਰ ਨੇ ਕਰਦੀ ਵੀ ਹੈ ਕਿਉਂਕਿ ਅਜੇ ਤੱਕ ਸਰਕਾਰ ਦਾ ਡਿਸੀਜਨ ਕਿ ਕਦੋਂ ਇਹ ਕਿਤੇ ਰਵਾ ਪਿਆ ਕਿਸੇ ਕੁਝ ਦਿਨਾਂ ਤੋਂ ਤੇ ਬਾਰਡਰ ਖੋਲ ਦੇਣੇ ਆ ਅਮਰੀਕਾ ਦਾ ਬਾਰਡਰ ਵੀ ਖੋਲ ਦੇਣਾ ਦੂਸਰਾ ਵੀ ਕਰ ਦੇਣਾ ਉਹ ਇਸੇ ਵੇਲੇ ਦਾ ਕਰਕੇ ਇਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਜੁਲਾਈ ਤੱਕ ਕਦੀ ਮਤਲਬ ਲਾਈਟ ਨਹੀਂ ਚਲਾਉਣੀ ਔਰ ਇਹ ਨਹੀਂ ਕਲੀਅਰ ਕੀਤਾ ਕਿ ਜੁਲਾਈ ਤੋਂ ਬਾਅਦ ਚੱਲ ਪੈਣਗੇ ਨਹੀਂ ਹੈ ਇਦਾਂ ਨਹੀਂ ਹੈ ਇਸ ਤਰ੍ਹਾਂ ਦੀ ਗੱਲ ਇਹ ਆ ਕਿ ਕੰਟਰੋਲੇਬਲ ਹੈਗੀ ਸਿਚੁਏਸ਼ਨ ਕਿ ਨਹੀਂ ਕੈਨੇਡਾ ਬਿਲਕੁਲ ਰਿਸਕ ਨਹੀਂ ਲੈਣਾ ਚਾਹੁੰਦਾ ਜਿਹੜੀ ਮੁਸ਼ਕਿਲ ਦੇ ਨਾਲ ਇਹਨਾਂ ਇੱਥੇ ਕੰਟਰੋਲ ਕੀਤਾ ਆ ਇਹਦੇ ਚ ਹੁਣ ਕਈ ਕੇਸ ਇਹੋ ਜਿਹੇ ਆਏ ਆ ਕਿ ਇੰਡੀਆ ਤੋਂ ਨੈਗੇਟਿਵ ਰਿਪੋਰਟਾਂ ਲੈ ਕੇ ਆ ਗਏ ਔਰ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਇੱਥੇ ਆ ਕੇ ਦੇਖਿਆ ਤਾਂ ਉਹ ਮੁਸ਼ਕਿਲ ਸੀਗੀ ਔਰ ਰਿਪੋਰਟਾਂ ਝੂਠੀਆਂ ਨਿਕਲੀਆਂ ਬਿਲਕੁਲ ਉੱਥੇ ਉਹਨਾਂ ਨੇ ਰੇਟ ਰੱਖਿਆ ਕੋਈ ਰੇਟ ਦੇਖ ਕੇ ਤੇ ਤੁਸੀਂ ਕਰਵਾ ਲਓ ਟੈਸਟ ਪ੍ਰਾਈਵੇਟ ਏਜੰਸੀਆਂ ਹੋਈਆਂ ਤਾਂ ਦੇ ਦਿੰਦੀਆਂ ਸਰਟੀਫਿਕੇਟ ਕਿ ਤੁਸੀਂ ਨੈਗੇਟਿਵ ਇਹ ਚੀਜ਼ ਨੇ ਵੀ ਬੇਵਿਸ਼ਵਾਸੀ ਪੈਦਾ ਕੀਤੀ ਹੈ ਇਸ ਕਰਕੇ ਵੱਡੀ ਗੱਲ ਹੈ ਕਿ ਰਿਸਕ ਲੈਣ ਦੀ ਪੋਜੀਸ਼ਨ ਦੇ ਵਿੱਚ ਕੈਨੇਡਾ ਨਹੀਂ ਹੈ ਤੇ ਨਾ ਇਹਨੇ ਲੈਣਾ ਠੀਕ ਹੈ ਕੋਈ ਸ਼ੱਕ ਨਹੀਂ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਔਰ ਮੁਸ਼ਕਿਲਾਂ ਵੀ ਆਈਆਂ ਸਾਰਾ ਕੁਝ ਹੈ ਪਰ ਕੀਤਾ ਕੀ ਜਾਵੇ ਭੱਟੀ ਸਰ ਮੈਨੂੰ ਲੱਗਦਾ ਹੈ ਕਿ ਇਹਦੇ ਟਾਈਮ ਲੱਗੂਗਾ ਜਿਹੜੀ ਤੀਸਰੀ ਰਹਿਣ ਬਹਿਸ ਦਾ ਰੌਲਾ ਉਹਦਾ ਵੀ ਇਹਦੇ ਪੂਰੀ ਤਰ੍ਹਾਂ ਕਲੀਅਰ ਨਹੀਂ ਹੋ ਰਿਹਾ ਕੀ ਹੋਣਾ ਬਿਲਕੁਲ ਭੱਟੀ ਸਰ BC ਬਾਰੇ ਜਿੱਦਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਉਹ ਵੀ ਸਪਸ਼ਟ ਹੈ ਆਪਣੇ ਸਾਹਮਣੇ ਭੱਟੀ ਸਰ BC ਬਾਰੇ ਤਾਂ ਤੁਸੀਂ ਦੱਸੋਗੇ ਮੇਰੇ ਕੋਲ ਇਦਾਂ ਦੀ ਨਹੀਂ ਹੈਗੀ ਰਿਪੋਰਟ ਪਰ ਮੈਂ ਤੁਹਾਨੂੰ ਮੈਨੀਟੋਬਾ ਦੀ ਰਿਪੋਰਟ ਸਾਂਝੀ ਕਰਨੀ ਚਾਹੁੰਦਾ ਜੀ ਮੈਨੀਟੋਬਾ ਗਵਰਨਮੈਂਟ ਨੇ ਕਿਹਾ ਹੈਗਾ
ਕਿ ਜਿੱਦਾਂ ਜਿੱਦਾਂ ਤੁਸੀਂ ਵੈਕਸੀਨ ਲਵਾਈ ਜਾਓਗੇ, ਲੋਕਾਂ ਨੂੰ ਇਹ ਸੱਦਾ ਦਿੱਤਾ, ਜਿੱਦਾਂ ਜਿੱਦਾਂ ਵੈਕਸੀਨ ਲਵਾਈ ਜਾਓਗੇ ਉਸ ਤਰੀਕੇ ਦੇ ਨਾਲ ਹੀ ਜਿਹੜੀਆਂ ਖੁੱਲ੍ਹਾਂ ਮਿਲਦੀਆਂ ਜਾਣਗੀਆਂ। ਉਹਨਾਂ ਨੇ ਸਭ ਤੋਂ ਪਹਿਲੀ ਖੁੱਲ੍ਹ ਦੇਣ ਦੀ ਐਲਾਨ ਕੀਤਾ ਹੈਗਾ ਕਿ ਅਸੀਂ ਕੈਨੇਡਾ ਡੇ ਤੇ ਯਾਨੀ ਜਿਹੜੀ 1 ਜੁਲਾਈ ਹੈ, 30 ਜੂਨ ਤੋਂ ਬਾਅਦ ਜਿਹੜਾ ਪਹਿਲਾ ਦਿਨ ਹੋਊਗਾ, ਉਦੋਂ ਅਸੀਂ ਸਾਰੇ ਕਾਰੋਬਾਰ ਜਿਹੜੇ ਆ ਉਹ 25% ਖੋਲ ਦਿਆਂਗੇ। ਉਸ ਤੋਂ ਬਾਅਦ ਫਿਰ ਜਿਹੜਾ ਨੈਕਸਟ ਅਗਸਤ ਵਿੱਚ ਲੌਂਗ ਵੀਕਐਂਡ ਆਊਗਾ, ਫਿਰ 50% ਖੋਲ ਦਿਆਂਗੇ। ਫਿਰ ਸਤੰਬਰ ਵਿੱਚ ਜਿਹੜਾ ਲੌਂਗ ਵੀਕਐਂਡ ਆਊਗਾ, ਲੇਬਰ ਡੇ ਵਾਲਾ ਹੁੰਦਾ, ਉਦੋਂ ਅਸੀਂ 75% ਤੱਕ ਖੋਲ ਦਿਆਂਗੇ। ਪਰ ਨਾਲ ਦੀ ਨਾਲ ਸ਼ਰਤਾਂ ਲਾਈਆਂ ਕਿ ਲੋਕਾਂ ਨੂੰ ਨਾਲੇ ਸਲਾਹ ਵੀ ਦਿੱਤੀ ਹੈ ਕਿ ਤੁਸੀਂ ਜਿੰਨੀ ਛੇਤੀ ਹੋ ਸਕਦਾ ਆਪਣੀਆਂ ਅਪਾਇੰਟਮੈਂਟਾਂ ਬਣਾਓ ਔਰ ਵੈਕਸੀਨ ਲਵਾ ਲਓ। ਉਹਨਾਂ ਨੇ ਨਾਲੇ ਵੀ ਕਿਹਾ ਕਿ ਜਿਹੜਾ ਵੈਕਸੀਨ ਇੱਕ ਵੈਕਸੀਨ ਲੱਗੂਗੀ ਤਾਂ ਇੰਨੀ ਲੱਗਣੀ ਚਾਹੀਦੀ ਹੈ, ਦੂਜੀ ਡੋਜ਼ ਜਿਹੜੀ ਆ ਉਹ ਲੱਗ ਜੂਗੀ ਤੇ ਫਿਰ ਅਸੀਂ ਉਹਦੇ ਬਾਰੇ ਇਸ ਤਰੀਕੇ ਨਾਲ ਸੋਚਾਂਗੇ। ਇੱਕ ਚੰਗੇ ਕਦਮ ਹੈਗੇ ਆ ਜੇ ਸਰਕਾਰਾਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਖੁੱਲ੍ਹ ਦਿੰਦੀਆਂ ਹੈਗੀਆਂ ਔਰ ਸਹੂਲਤ ਦਿੰਦੀਆਂ ਹੈਗੀ, ਚੰਗੀ ਗੱਲ। ਪਰ ਦੂਜੇ ਪਾਸੇ ਮੈਂ ਅੰਟਾਰੀਓ ਦੀ ਗੱਲ ਕਰਨੀ ਚਾਹੁੰਦਾ ਜੀ। ਅੰਟਾਰੀਓ ਵਿੱਚ ਅੱਜ ਬਹੁਤ ਸਾਰੇ ਅਦਾਰੇ ਜਿਹੜੇ ਸੀ ਉਹ ਖੋਲ ਦਿੱਤੇ ਗਏ। ਉੱਥੇ ਮਾਲਾਂ ਦੇ ਵਿੱਚ, ਸਟੋਰਾਂ ਦੇ ਵਿੱਚ ਇੰਨੀ ਜ਼ਿਆਦਾ ਭੀੜ ਹੈ ਜਿਹਨੂੰ ਵੇਖ ਕੇ ਡਰ ਆਉਂਦਾ ਔਰ ਲੱਗਦਾ ਕਿ ਪਤਾ ਨਹੀਂ ਕੱਲ ਜਾਂ ਕਿਹੜੇ ਵੇਲੇ ਕਿਹੜੀ ਘੜੀ ਗਵਰਨਮੈਂਟ ਨੇ ਦੁਬਾਰਾ ਜਿਹੜਾ ਵਾ ਉਹ ਬਿਜ਼ਨੈਸਿਸ ਬੰਦ ਕਰ ਦੇਣੇ ਜਾਂ ਲਾਕਡਾਊਨ ਲਾ ਦੇਣਾ। ਹੁਣ ਉਹਦੇ ਵਿੱਚ ਮੈਂ ਜੋ ਨੋਟ ਕੀਤਾ ਜੀ ਉਹ ਇਹ ਆ ਕਿ ਬਹੁਤ ਸਾਰੇ ਜਿਹੜੇ ਵਪਾਰਕ ਅਦਾਰੇ ਆ ਉਹ ਜਦੋਂ ਥੋੜੀ ਜਿਹੀ ਖੁੱਲ੍ਹ ਮਿਲਦੀ ਆ ਨਾ ਜੀ ਤੇ ਉਹ ਸੇਲਾਂ ਅਨਾਉਂਸ ਕਰ ਦਿੰਦੇ ਕਿ ਸਾਡੀ ਫਲਾਨੀ ਚੀਜ਼ ਸੇਲ ਤੇ ਹੈ, ਤੁਸੀਂ ਇੱਕ ਲੈ ਲਓ ਇੱਕ ਨਾ ਫ੍ਰੀ ਆ, ਇੱਕ ਲੈ ਲਓ ਇੱਕ ਦੂਜੀ $1 ਦੀ ਹੈ। ਇਸ ਤਰੀਕੇ ਦੀਆਂ ਸੇਲਾਂ, ਕੱਪੜਿਆਂ ਦੀਆਂ, ਸ਼ੂਜ਼ ਦੀਆਂ, ਹੋਰ ਚੀਜ਼ਾਂ ਦੀਆਂ ਸੇਲਾਂ ਇਹਨਾਂ ਦਿਨਾਂ ਦੇ ਵਿੱਚ ਲੱਗ ਗਈਆਂ, ਅਨਾਉਂਸ ਹੋ ਗਈਆਂ। ਉਹਨੂੰ ਵੇਖ ਕੇ ਸੁਣ ਕੇ ਜਿਹੜੇ ਆ ਲੋਕੀ ਵਹੀਰਾਂ ਘੱਟ ਕੇ ਸਟੋਰਾਂ ਵਿੱਚ, ਮਾਲਾਂ ਵਿੱਚ ਪਹੁੰਚ ਗਏ। ਉੱਥੇ ਜੋ ਹਾਲਾਤ ਬਣੇ ਹੋਏ ਆ ਜੀ ਉਹ ਬੜੇ ਡਰਾਉਣੇ ਆ ਲੱਗ ਰਹੇ ਕਿ ਪਤਾ ਨਹੀਂ ਸਰਕਾਰ ਨੇ ਕਿਹੜੇ ਵੇਲੇ ਫਿਰ ਮਜਬੂਰ ਹੋ ਕੇ ਇਹ ਸਾਰੇ ਕੁਝ ਤੇ ਬੁੱਧੀਆਂ ਲਾ ਦੇਣੀਆਂ। ਕੀ ਸੋਚਦੇ ਹੋ ਤੁਸੀਂ ਭੱਟੀ ਸਾਹਿਬ? ਮੇਰਾ ਤੁਹਾਨੂੰ ਸਵਾਲ ਆ, ਕੀ ਸੋਚਦੇ ਹੋ ਕਿ ਸਰਕਾਰ ਨੂੰ ਤੁਹਾਨੂੰ ਮੇਰੇ ਖਿਆਲ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਦੇਖੋ ਗੱਲ ਇਹ ਆ ਕਿ ਕੋਈ ਵੀ ਸਰਕਾਰ ਤੇ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਕਿ ਮੇਰਾ ਕਾਰੋਬਾਰ ਖਤਮ ਹੋ ਜਾਏ। ਹਾਂਜੀ, ਨਹੀਂ ਚਾਹੁੰਦਾ ਨਾ। ਹਾਂਜੀ ਹਾਂਜੀ, ਸਰਕਾਰਾਂ ਵੀ ਚਾਹੁੰਦੀਆਂ ਕਿ ਜੇ ਇਕਨੋਮੀ ਸ਼ਟਰ ਹੋ ਗਈ, ਤਬਾਹ ਹੋ ਗਈ, ਕਰਾਂਗੇ ਕੀ? ਬਿਲਕੁਲ। ਮਸਲਾ ਇਹ ਆ ਕਿ ਇੱਥੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ, ਜੇ ਮੰਨ ਲਓ ਵਪਾਰਕ ਕੰਮ ਖੋਲਦੇ ਕਰੋਨਾ ਜਿਹੜਾ ਉਹ ਉਹਦੇ ਤੇ ਕਾਬੂ ਜਿਹੜਾ ਥੋੜਾ ਬਹੁਤਾ ਪਾਇਆ ਉਹ ਵੀ ਮਿੱਟੀ 'ਚ ਮਿਲ ਜਾਂਦਾ ਉਹਦਾ ਅਰਥ ਕੀ ਹੋਇਆ? ਹਾਂਜੀ ਹਾਂਜੀ। ਇਸ ਕਰਕੇ ਬੜੀ ਗੈਰ ਜ਼ਿੰਮੇਦਾਰਾਂ ਨਾਲ ਗੱਲ ਹੋਊਗੀ ਕਿ ਤੁਸੀਂ 2-3 ਮਹੀਨੇ, 4 ਮਹੀਨੇ ਜਾਂ 6 ਮਹੀਨੇ ਵੀ ਦੇ ਸਕਦੇ ਉੱਤੇ ਕਾਰੋਬਾਰ ਠੱਪ ਕਰਕੇ ਇਹਦਾ ਨੁਕਸਾਨ ਵੀ ਕਰਾ ਦੇ ਔਰ ਬਾਅਦ ਦੇ ਵਿੱਚ ਪੂਰੀ ਤਰ੍ਹਾਂ ਸੈਟਿਸਫੈਕਸ਼ਨ ਨਾ ਹੋਣ ਤੇ ਬਾਵਜੂਦ ਵੀ ਤੁਸੀਂ ਉਹਨਾਂ ਨੂੰ ਕਾਹਲੀ ਦੇ ਵਿੱਚ ਆ ਕੇ ਕੋਈ ਅਦਾਰੇ ਖੋਲ ਦੇਣੇ ਕਿ ਉੱਤੇ ਡਿਸਿਪਲਿਨ ਨਹੀਂ ਰੱਖਦੇ ਕੋਈ। ਹੁਣ ਜੇ ਲਾਕਡਾਊਨ ਖੋਲ ਰਹੇ ਆ ਤਾਂ ਉਹਦਾ ਵੀ ਤਾਂ ਇੱਕ ਪ੍ਰੋਸੈਸ ਹੈ ਨਾ, ਜਿੱਦਾਂ ਲਾਕਡਾਊਨ ਲਾਏ ਦਾ ਇੱਕ ਪ੍ਰੋਸੈਸ ਹੈ। ਬਿਲਕੁਲ। ਕਈਆਂ ਥਾਂ ਤੇ ਲਾਗੂ ਹੋਇਆ ਵੀ ਹੈ। ਹਾਂਜੀ ਹਾਂਜੀ। ਕਿ ਤੁਸੀਂ ਮਤਲਬ ਔਰਡੇਸ਼ਨ ਦੀ ਗੱਲ ਆਈ ਹੈ, ਭਾਰਤ ਦੇ ਵਿੱਚ ਵੀ ਕੀਤਾ ਹੈ ਲਾਗੂ ਦਿੱਲੀ ਦੇ ਵਿੱਚ। ਮੈਨੀਟੋਬਾ ਹੋਰ ਕਈ ਤਰੀਕੇ ਵਰਤੇ ਆ ਵੀ ਇੱਕ ਦੁਕਾਨ ਜਿਹੜੀ ਆ ਉਹ ਖੁੱਲੂਗੀ, ਦੂਸਰੀ ਨਹੀਂ ਖੁੱਲੂਗੀ। ਕੁਛ ਤਾਂ ਕੰਟਰੋਲ ਤਾਂ ਕਰਨਾ ਹੀ ਪਊਗਾ। ਮੈਂ ਭੱਟੀ ਸਾਹਿਬ ਮੈਨੀਟੋਬਾ ਦੀ ਗੱਲ ਕੀਤੀ। ਮੈਨੀਟੋਬਾ ਨੇ ਇੱਕ ਪ੍ਰੋਸੈਸ ਦੇ ਰਾਹੀਂ ਕਿ ਪਹਿਲਾਂ ਇੰਨੇ ਅਦਾਰੇ ਖੁੱਲਣਗੇ, ਫਿਰ ਇੰਨੇ ਖੁੱਲਣਗੇ, ਫਿਰ ਇੰਨੇ ਖੁੱਲਣਗੇ, ਉਹਦੇ ਨਾਲ ਸ਼ਰਤਾਂ ਵੀ ਲਾਈਆਂ। ਜੇ ਵੈਕਸੀਨ ਇੰਨੇ % ਲੱਗ ਗਈ ਤਾਂ ਫਸਟ ਡੋਜ਼ ਇੰਨੇ % ਲੱਗ ਗਈ, ਸੈਕੰਡ ਡੋਜ਼ ਇੰਨੇ % ਲੱਗ ਗਈ ਤਾਂ ਅਸੀਂ ਖੋਲਾਂਗੇ। ਪਰ ਅੰਟਾਰੀਓ ਵਿੱਚ ਇਹ ਗੱਲ ਨਹੀਂ, ਅੰਟਾਰੀਓ ਵਿੱਚ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ। ਜਿੱਥੇ ਫੈਡਰਲ ਗਵਰਨਮੈਂਟ ਨੇ ਇੱਕ ਪਾਲਿਸੀ ਬਣਾਈ ਕੈਨੇਡਾ ਦੇ ਵਿੱਚ, ਉਹਨਾਂ ਨੇ ਦੱਸਿਆ ਹਾਂਜੀ ਕਿ ਸਾਡੀ ਜਿਹੜੀ ਵੈਕਸੀਨ ਆ ਉਹ ਜਿੰਨਾ ਚਿਰ ਤੱਕ 75% ਤੋਂ ਉੱਪਰ ਨਹੀਂ ਹੋ ਜਾਂਦੀ ਲੋਕਾਂ ਨੂੰ, ਅਸੀਂ ਇਹਨੂੰ ਪੂਰੀ ਤਰ੍ਹਾਂ ਨਹੀਂ ਖੋਲ ਸਕਦੇ। ਠੀਕ ਹੈ, ਬੜੀ ਕਲੀਅਰ ਹੈ। ਬਿਲਕੁਲ ਬਿਲਕੁਲ। ਔਰ ਦੂਸਰੇ ਪਾਸੇ ਜਿਹੜੀਆਂ ਹੁਣ ਸਟੇਟ ਗਵਰਨਮੈਂਟ ਆਪਣੀ ਮਰਜ਼ੀ ਕਰਕੇ ਇਸ ਕਿਸਮ ਦੇ ਰਿਸਕ ਲੈਂਦੀ ਹੈ, ਕਿਉਂਕਿ ਅੰਟਾਰੀਓ ਦੇ ਵਿੱਚ ਤੁਹਾਨੂੰ ਪਤਾ ਨਾ ਪਹਿਲਾਂ ਵੀ ਕਿੰਨੀ ਵੱਡੀ ਪੱਧਰ ਤੇ ਦਵਾਈ ਮੱਚੀ। ਬਿਲਕੁਲ, ਚਿੰਤਾ ਵਾਲੀ ਗੱਲ ਇਹੀ ਹੈ। ਹਾਂਜੀ ਹਾਂਜੀ। ਸਭ ਤੋਂ ਵੱਧ ਮੌਤਾਂ ਵੀ ਉੱਥੇ ਹੋਈਆਂ, ਉੱਥੇ ਸਭ ਤੋਂ ਵੱਧ ਕੇਸ ਵੀ ਉੱਥੇ ਆਏ। ਬਿਲਕੁਲ ਬਿਲਕੁਲ। ਲੋਕਾਂ ਨੇ ਤਕਲੀਫ ਵੀ ਬੜੀ ਝੱਲੀ ਹੈ। ਇਸ ਕਰਕੇ ਇਹ ਚੀਜ਼ ਦਾ ਜਵਾਬ ਦੇ ਤਾਂ ਬਣ ਹੀ ਗਈ ਨਾ ਗਵਰਨਮੈਂਟ ਵੀ। ਜੇ ਕੁਝ ਕਰਦੀ ਹੈ ਬਾਅਦ ਫਿਰ ਇਹ ਇਸ ਗੱਲ ਦੇ ਉੱਤੇ ਜੇ ਕੇਸ ਜ਼ਿਆਦਾ ਵੱਧਦੇ ਆ ਤੇ ਸਾਰਾ ਕੁਝ ਬੇਸ਼ੱਕ ਕਰਕੇ ਬਹਿ ਜਾਣ। ਹਾਂਜੀ ਹਾਂਜੀ। 6 ਮਹੀਨੇ ਡਾਕਟਰ ਕੋਲ, ਉਸ ਤੋਂ ਬਾਅਦ ਬੇਦਵਾ ਕੰਮ ਦੁਬਾਰਾ ਫੇਰ ਆ ਗਏ। ਬਿਲਕੁਲ। ਅੱਜ ਪਹਿਲਾ ਦਿਨ ਸੀ ਜੀ। ਅੱਜ ਪਹਿਲਾ ਦਿਨ ਸੀ ਜੀ। ਦੇਖਦੇ ਆ ਕੀ ਬਣਿਆ ਇੱਕ ਦੋ ਦਿਨਾਂ ਬਾਅਦ।
ਹਾਲਾਤ ਜਿਹੜੇ ਚਿੰਤਾਜਨਕ ਹੈਗੇ ਆ, ਲੋਕਾਂ ਨੂੰ ਵੀ ਸਮਝ ਵਰਤਣੀ ਚਾਹੀਦੀ, ਸਰਕਾਰ ਨੂੰ ਵੀ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਕਿ ਬੇਲੋੜੀ ਖੁੱਲ੍ਹ ਜਿਹੜੀ ਆ ਉਹ ਵੀ ਖਤਰਨਾਕ ਹੈ, ਜਿਹੜੀਆਂ ਰੁਕਾਵਟਾਂ ਵੀ ਖਤਰਨਾਕ ਹੁੰਦੀਆਂ। ਮੈਨੂੰ ਲੱਗਦਾ ਹੈ ਸਰਕਾਰ 1-2 ਦਿਨਾਂ 'ਚ ਦੁਬਾਰਾ ਫੈਸਲਾ ਲੈਣ ਲਈ ਮਜਬੂਰ ਨਾ ਹੋ ਜਾਵੇ, ਇਸ ਗੱਲ ਦੀ ਚਿੰਤਾ ਕੀਤੀ ਜਾਣੀ ਚਾਹੀਦੀ। ਬਟ ਸਭ ਅਖੀਰ ਤੇ ਮੈਂ ਤੁਹਾਡੇ ਕੋਲ ਇੱਕ ਹੋਰ ਖਬਰ ਦੇ ਉੱਤੇ ਤੁਹਾਡੀ ਟਿੱਪਣੀ ਲੈਣੀ ਚਾਹੁੰਦਾ ਜੀ। ਧਾਰਮਿਕ ਕੱਟੜਤਾ ਬਾਰੇ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਧਾਰਮਿਕ ਕੱਟੜਤਾ ਬੜੀ ਮਾੜੀ ਹੈ ਜੀ। ਇਹ ਧਾਰਮਿਕ ਕੱਟੜਤਾ ਦਾ ਇੱਕ ਸ਼ਿਕਾਰ ਹੋਈ ਜੀ ਲੜਕੀ, ਬੱਚੀ, ਜਿਹੜੀ ਵਿਸ਼ਵ ਪੱਧਰ ਤੇ, ਸੰਸਾਰ ਪੱਧਰ ਤੇ ਉਹਦਾ ਨਾਂ ਜਿਹੜਾ ਸੀ ਲੋਕਾਂ ਦੀ ਜ਼ੁਬਾਨ ਤੇ ਆਇਆ। ਉਹ ਲੜਕੀ ਨੂੰ ਜਦੋਂ ਇਹ ਨਾਂ ਉਹ ਕਦੋਂ ਆਇਆ ਸੀ ਸਾਹਮਣੇ, ਜਦੋਂ ਲੜਕੀਆਂ ਨੂੰ ਸਕੂਲ ਜਾਣ ਤੋਂ ਰੋਕਿਆ ਗਿਆ ਕਿ ਤੁਸੀਂ ਸਕੂਲ ਨਹੀਂ ਜਾਣਾ। ਲੜਕੀਆਂ ਦਾ ਕੀ ਕੰਮ ਉਸ ਪੜ੍ਹਾਈ ਦਾ, ਲੜਕੀਆਂ ਨੂੰ ਪੜ੍ਹਾਈ ਨਾਲ ਕੀ ਮਤਲਬ, ਉਹਨਾਂ ਨੂੰ ਸਕੂਲ ਜਾਣਾ ਹੀ ਨਹੀਂ ਚਾਹੀਦਾ। ਤੇ ਉਹ ਇੱਕ ਵਾਹਿਦ ਲੜਕੀ ਸੀਗੀ ਜਿਹਨੇ ਕਿਹਾ ਸੀ ਸਕੂਲ ਜਾਣਾ, ਐਜੂਕੇਸ਼ਨ ਲੈਣੀ, ਪੜ੍ਹਨਾ ਮੇਰਾ ਬੁਨਿਆਦੀ ਹੱਕ ਹੈ। ਔਰ ਉਹ ਬੁਨਿਆਦੀ ਹੱਕ ਲੈਣ ਦੀ ਖਾਤਰ ਉਹਨੇ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਸਕੂਲ ਗਈ ਸੀ ਜੀ। ਉਹਨੂੰ ਨੋਬਲ ਪ੍ਰਾਈਜ਼ ਦਿੱਤਾ ਗਿਆ। ਹੁਣ ਉਹ ਲੜਕੀ ਜਵਾਨ ਹੋ ਗਈ ਜੀ, ਵੱਡੀ ਹੋ ਗਈ। ਉਹਨੇ ਇੱਕ ਫਿਲਮੀ ਮੈਗਜ਼ੀਨ ਦੇ ਵਿੱਚ, ਪਾਕਿਸਤਾਨ ਦੇ ਫਿਲਮੀ ਮੈਗਜ਼ੀਨ ਦੇ ਵਿੱਚ ਵਿਆਹ ਸੰਬੰਧੀ ਆਪਣੇ ਇੰਡੀਪੈਂਡੈਂਟ ਵਿਚਾਰ ਜਿਹੜੇ ਸੀ ਉਹ ਦੱਸੇ। ਇਸ ਗੱਲੋਂ ਜੀ ਉਹ ਜਿਹੜੇ ਕੱਟੜਪੰਥੀ ਹੈਗੇ ਉਹਨਾਂ 'ਚ ਖਲਬਲੀ ਮਚ ਗਈ। ਉਹਨੂੰ, ਲੜਕੀ ਨੂੰ ਫਿਰ ਦੁਬਾਰਾ ਮਾਰਨ ਦੀਆਂ ਧਮਕੀਆਂ ਆ ਰਹੀਆਂ। ਕੀ ਤੁਸੀਂ ਇਹ ਤੇ ਟਿੱਪਣੀ ਦਿੰਦੇ ਜੀ? ਇਹੋ ਜਿਹੇ ਹਾਲਾਤ ਜਿਹੜੇ ਆ, ਧਾਰਮਿਕ ਕੱਟੜ ਜਿਹੜੇ ਲੋਕ, ਕੱਟੜਵਾਦੀ ਲੋਕ ਹੈਗੇ ਆ, ਉਹ ਲੋਕਾਂ ਦਾ ਜੀਣਾ ਦਾ ਬੇਸਿਕ ਅਧਿਕਾਰ, ਮੁੱਢਲਾ ਅਧਿਕਾਰ ਵੀ ਖੋਹ ਰਹੇ। ਦੇਖੋ, ਕੋਈ ਮਤਲਬ ਨਵੀਂ ਗੱਲ ਨਹੀਂ ਹੈਗੀ। ਸਾਡੇ ਸਮਾਜ ਦੇ ਵਿੱਚ ਇਸ ਕਿਸਮ ਦਾ ਅਨਿਆਏ, ਇਨਜਸਟਿਸ ਜਿਹੜਾ ਹੈਗਾ ਉਹ ਅੱਜ ਤੋਂ ਨਹੀਂ, ਸਦੀਆਂ ਤੋਂ ਜਾਰੀ ਹੈ। ਇਹਦੇ ਵਿਰੁੱਧ ਲੜਾਈ ਵੀ ਹੁੰਦੀ ਰਹੀ, ਇਹਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਕਈ ਇਹੋ ਜਿਹੇ ਨੌਜਵਾਨ ਮੁੰਡੇ ਕੁੜੀਆਂ ਜਿਹਨਾਂ ਨੇ ਆਪਣੀ ਜਾਨਾਂ ਦੇ ਦਿੱਤੀਆਂ, ਉਹਨਾਂ ਜਾਨਾਂ ਲੈ ਰਹੀਆਂ ਨੇ। ਇੱਥੋਂ ਤੱਕ ਕਿ ਇੱਥੇ ਮੌਤ ਲੰਚੇ ਕੀਤੀ ਗਈ। ਸਾਡੇ ਭਾਰਤ ਤੇ ਵੀ ਇਹ ਕੁਛ ਹੋਇਆ। ਮਤਲਬ ਜਿਹੜੀਆਂ ਲੜਕੀਆਂ ਸੀ, ਹੁਣੀ ਪਿਛਲੇ ਸਮੇਂ 'ਚ ਕੀ ਵਾਪਰਦਾ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਲੜਕੀਆਂ ਨੂੰ ਕਤਲ ਕੀਤਾ ਗਿਆ। ਔਰ ਮੌਤ ਨੇ ਇਕੱਠੀ ਹੋ ਕੇ ਫੈਸਲੇ ਕਰ ਦਿੱਤੇ ਪੰਚਾਇਤਾਂ ਨੇ, ਰੂੜੀਵਾਦੀ ਸੋਚਾਂ ਵਾਲਿਆਂ ਨੇ, ਸਾਰਿਆਂ ਨੇ। ਇਹਦੇ ਨਾਲ ਅਸਲ ਦੇ ਵਿੱਚ ਕੀ ਆ ਕਿ ਸਾਡਾ ਸਮਾਜ ਜਿਹੜਾ ਅਜੇ ਤੱਕ ਮਨੁੱਖਾਂ ਦੇ ਰਹਿਣ ਯੋਗ ਨਹੀਂ ਹੈ। ਔਰ ਇਹਦੇ ਵਿੱਚ ਅਜੇ ਬਹੁਤ ਕੁਛ ਕਰਨਾ ਬਾਕੀ ਹੈ। ਕਈ ਵਾਰੀ ਸੋਚਣਾ ਪੈ ਜਾਂਦਾ ਵੀ ਯਾਰ ਇਹਦੇ ਸ਼ਕਲ ਵੀ ਸਾਡਾ ਕੀ ਦਾ ਅਸਰ ਪਰਸਨੈਲਿਟੀ ਹੈ ਨਹੀਂ ਹੈ। ਠੀਕ ਹੈ, ਤੁਸੀਂ ਦੱਸੋ ਕਿ ਸਿੱਖ ਧਰਮ ਦੇ ਵਿੱਚ ਕਿੰਨੇ ਸਖਤ ਨਿਯਮ ਲਾਗੂ ਕੀਤੇ ਗਏ ਸੀ। ਲੜਕੀਆਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਵਿਤਕਰਾ ਨਹੀਂ ਕਰਨਾ, ਉਹਨਾਂ ਦੇ ਨਾਲ ਮਤਲਬ ਕੋਈ ਇੰਜਸਟਿਸ ਕਰਦਾ ਉਹਦੀ ਰੱਖਿਆ ਕਰਨੀ ਹੈ, ਸਾਰਾ ਕੁਛ ਹੈ। ਇਹਦੇ ਬਾਵਜੂਦ ਵੀ ਕਈ ਸਿੱਖ ਧਰਮ ਨੂੰ ਮੰਨਣ ਵਾਲੇ ਵੀ ਜਾਂ ਦੂਸਰੇ ਧਰਮਾਂ ਨੂੰ ਮੰਨਣ ਵਾਲੇ ਵੀ ਆਪਣੀ ਕੱਟੜ ਸੋਚ ਜਿਹੜੀ ਹੈਗੀ ਆ ਉਹਦੇ ਤੋਂ ਪਿੱਛੇ ਨਹੀਂ ਹਟਦੇ ਤੇ ਕਾਨੂੰਨ ਉਹਨਾਂ ਨੂੰ ਕਹਿੰਦਾ ਕਰਦੇ। ਜੇ ਕੋਈ ਸਿਸਟਮ ਹੀ ਸਹੀ ਹੋਵੇ, ਉਹ ਕੈਨੇਡਾ ਵਰਗੇ ਦੇਸ਼ ਦੇ ਵਿੱਚ ਕੋਈ ਏਦਾਂ ਕੋਈ ਕਰਦਾ ਹੈ ਤੇ ਬਹੁਤ ਸਖਤ ਨਜ਼ਰ ਨਾਲ ਬਿਲਕੁਲ ਠੀਕ ਹੈ ਨਾ। ਸੋ ਇਸ ਕਰਕੇ ਉਹ ਬੇਟੀ ਜਿਹੜੀ ਆ ਜਿਹਨੇ ਇੰਨਾ ਸੰਘਰਸ਼ ਕੀਤਾ ਆ, ਉਹ ਬਹੁਤ ਚੰਗੀ ਗੱਲ ਆ। ਔਰ ਸਟਰਗਲ ਦੇ ਵਿੱਚ ਕਰਦਿਆਂ ਜੇ ਉਹਨੂੰ ਆਪਣੀ ਜਾਨ ਦੀ ਦੇਣੀ ਪੈਂਦੀ ਹੈ ਤੇ ਹੋ ਗਿਆ ਸਾਰਾ ਕੁਛ। ਇਸ ਕਰਕੇ ਪਾਕਿਸਤਾਨ ਦੇ ਵਿੱਚ ਤਾਂ ਹੋਰ ਵੀ, ਅਫਗਾਨਿਸਤਾਨ ਦੇ ਤੋਂ ਵੀ ਵੱਧ ਕੱਟੜਤਾ ਹੈ। ਬਹੁਤ ਸਾਰੇ ਦੇਸ਼ ਹੈ ਜਿੱਥੇ ਇਸ ਤਰ੍ਹਾਂ ਦੀਆਂ ਗੱਲਾਂ ਤੇ ਸਖਤੀ ਨਾਲ ਲਾਗੂ ਕੀਤਾ ਜਾਂਦਾ ਔਰ ਇਹੋ ਜਿਹੇ ਅਣਮਨੁੱਖੀ ਕਾਰਨਾਮੇ ਕੀਤੇ ਜਾਂਦੇ ਜਿਹਨਾਂ ਨੂੰ ਆਪਾਂ ਸੋਚ ਵੀ ਨਹੀਂ ਸਕਦੇ। ਬਿਲਕੁਲ ਇਹ ਬਹੁਤ ਮਤਲਬ ਸ਼ਲਾਘਾਯੋਗ ਹੈ ਉਹ ਲੜਕੀ ਦਾ ਇਸ ਢੰਗ ਦੇ ਨਾਲ ਸਾਹਮਣੇ ਆਉਣਾ ਔਰ ਆਪਣੇ ਵਿਚਾਰ ਜਿਹੜੇ ਹੈਗੇ ਆ ਜਾਂ ਲੜਕੀ ਮੈਰਿਜ ਦਾ ਜਿਹੜਾ ਰਾਈਟ ਹੈਗਾ ਉਹਦੇ ਬਾਰੇ ਗੱਲ ਕਰਨੀ। ਮਤਲਬ ਚਾਹੇ ਜਿੰਨਾ ਮਰਜ਼ੀ ਜ਼ਰੂਰ ਕਰ ਰਿਹਾ, ਪਰ ਇੱਦਾਂ ਦੀ ਜਿਹੜੀ ਹੈ ਇਨਕਲਾਬੀ ਸੋਚ ਜਿਹੜੀ ਆ ਉਹ ਤਾਂ ਲਗਾਤਾਰ ਜਾਰੀ ਰਹੂਗੀ ਨਾ। ਇਹ ਧਾਰਮਿਕ ਕੱਟੜਵਾਦੀ ਜਿਹੜੇ ਲੋਕ ਆ ਜੀ, ਉਹਨਾਂ ਦੀਆਂ ਇਹ ਜਿਹੜੀਆਂ ਚਾਲਾਂ, ਮਨਸੂਬੇ ਜਿਹੜੇ ਹੈਗੇ ਆ, ਉਹਨਾਂ ਦੇ ਜਿਹੜੇ ਅਕੀਦੇ ਆ ਜਾਂ ਉਹਨਾਂ ਦੇ ਪ੍ਰੋਗਰਾਮ ਜਿਹੜੇ ਆ, ਉਹਨਾਂ ਦਾ ਵਿਰੋਧ ਕਰਨਾ ਸਾਰੀ ਦੁਨੀਆ ਨੂੰ ਫਰਜ਼ ਬਣਦਾ। ਭਾਵੇਂ ਉਹ ਦੇਸ਼ ਕੋਈ ਹੋਵੇ, ਭਾਵੇਂ ਉਹ ਮਜ਼ਹਬ ਕੋਈ ਹੋਵੇ, ਜਾਤ ਕੋਈ ਹੋਵੇ। ਪਟਿਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਸਮਾਂ ਕੱਢਿਆ ਔਰ ਬੜੇ ਵਿਸਥਾਰ ਦੇ ਨਾਲ, ਬੜੇ ਬੇਵਾਕਫੀ ਦੇ ਨਾਲ ਇਹਨਾਂ ਸਾਰੀਆਂ ਖਬਰਾਂ ਦੀ ਪੁਣ ਛਾਣ ਕੀਤੀ ਹੈ, ਪੋਸਟਮਾਰਟਮ ਕੀਤਾ, ਆਪਣੀਆਂ ਵਿਭਾਗ ਟਿੱਪਣੀਆਂ ਵੀ ਦਿੱਤੀਆਂ।
ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਕੱਲ ਫਿਰ ਤੁਹਾਡੇ ਨਾਲ ਇਸੇ ਟਾਈਮ ਤੇ ਵਿਨੀਪੈਗ ਟਾਈਮ ਸ਼ਾਮ ਨੂੰ 7 ਵਜੇ, ਅੰਟਾਰੀਓ ਸ਼ਾਮੀ 8 ਵਜੇ ਔਰ BC ਵੈਨਕੂਵਰ ਸਰੀ ਟਾਈਮ ਜਿਹੜਾ ਉਹ ਸ਼ਾਮੀ 5 ਵਜੇ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਾਂਗੇ ਜੀ। ਥੈਂਕ ਯੂ ਵੈਰੀ ਮਚ।